ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਖਬਰ ਜੰਕਸ਼ਨ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਨਰਿੰਦਰ ਸਤੀ ਜੀ। ਸਤੀ ਸਰ, ਕੀ ਹਾਲ ਚਾਲ ਤੁਹਾਡੇ? ਬਿਲਕੁਲ ਚੜ੍ਹਦੀ ਕਲਾ ਆ। ਤੁਸੀਂ ਸੁਣਾਓ ਸੰਜੀਵ ਜੀ? ਅੱਜ ਤੇ ਬਾਹਰ ਕਿਣਮਿਣ ਹੁੰਦੀ ਪਈ ਹੈ। ਕੁਝ ਖੁਸ਼ਗਵਾਰ ਹੋਇਆ ਕਿਉਂਕਿ ਉਹ ਹੁਮਸ ਨਾ ਹਿਊਮਿਡਿਟੀ ਵਧਣ ਕਰਕੇ ਨਾ ਬਹੁਤ ਜ਼ਿਆਦਾ ਜਾਣੀ ਕਿ ਮੁੜਕਾ ਆਉਂਦਾ, ਮੁਹਾਲ ਹੋਣਾ, ਮਤਲਬ ਬਹੁਤ ਮੁਹਾਲ ਹੋਣਾ ਹੋਇਆ ਪਿਆ ਸੀਗਾ। ਜਾਣੀ ਕਿ ਖੜਨਾ ਬੈਠਣਾ ਤਾਂ ਥੋੜੀ ਜਿਹੀ ਰਾਹਤ ਮਿਲੀ ਆ। ਚਲੋ ਬਹੁਤ ਰਾਹਤ ਮਿਲੀ ਹੈ, ਪਰ ਗਰਮਾ ਗਰਮੀ ਬਹੁਤ ਹੈ ਸਿਆਸਤ ਦੇ ਵਿੱਚ। ਹੁਮਸ ਨਹੀਂ ਜਾਣ ਵਾਲੀ, ਗਰਮਾ ਗਰਮੀ ਜ਼ਿਆਦਾ ਆ ਹੈ ਨਾ, ਉਹ ਉੱਥੇ ਬਰਕਰਾਰ ਹੈ ਭਾਵੇਂ ਜਿੰਨਾ ਮਰਜ਼ੀ ਮੀਂਹ ਪਈ ਜਾਂਦਾ। ਬਿਲਕੁਲ ਬਿਲਕੁਲ। ਰਾਘਵ ਚੱਡਾ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਆ, ਪੂਰਾ ਭਖਿਆ ਪਿਆ ਜੀ ਸਿਆਸਤ ਵਾਲਾ ਕੰਮ। ਕਹਿੰਦੇ ਬਈ ਆ ਗੱਲ ਕੀ ਕੀਤੀ, ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਨਹੀਂ ਹੈਗਾ। ਇੱਕ ਬੰਦਾ ਬਾਹਰੋਂ ਜਾ ਕੇ ਸਾਡੇ ਸਿਰ ਤੇ ਬਿਠਾਤਾ, ਚੇਅਰਮੈਨ ਬਣਾ ਦਿੱਤਾ ਐਡਵਾਈਜ਼ਰੀ ਕਮੇਟੀ ਦਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿੱਦਾਂ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹਦੀ ਐਡੀ ਕੀ ਲੋੜ ਆ ਪੰਜਾਬ ਨੂੰ, ਹੈ ਨਾ। ਦੂਸਰਾ ਇਹ ਆ ਵੀ ਜਿਹੜੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਬਣੇ, ਉਹਦਾ ਚੇਅਰਮੈਨ ਕੋਈ ਪੰਜਾਬ ਚੋਂ ਲਾਇਆ ਜਾਵੇ। ਪੰਜਾਬ ਦੇ ਇੰਨੇ ਦਾਨਸ਼ਵਰ ਬੈਠੇ ਆ ਸਾਡੇ ਕੋਲ ਆਰਥਿਕ ਵਿਗਿਆਨੀ ਹੈ ਇੰਨੇ, ਮੈਂ ਨਾਂ ਲੈਣ ਲੱਗਾ ਤਾਂ ਲੰਬੀ ਫਹਿਰਿਸਤ ਹੋ ਸਕਦੀ ਆ। ਉਹਦੇ ਵਿੱਚ ਖੇਤੀਬਾੜੀ ਮਾਹਰ ਨੇ, ਆਰਥਿਕ ਮਾਹਰ ਹੈ, ਹਰ ਤਰ੍ਹਾਂ ਦੇ ਮਾਹਰ ਬੈਠੇ ਆਪਣੇ ਕੋਲ। ਸਰਕਾਰ ਨੂੰ ਆਪਣੀਆਂ ਸੇਵਾਵਾਂ ਦੇਣ ਲਈ, ਬਲਕਿ ਮੁਫਤ ਸੇਵਾਵਾਂ ਦੇਣ ਲਈ ਬੈਠੇ ਲੋਕ, ਹੈ ਨਾ, ਜਿਹੜੇ ਪੰਜਾਬ ਦਾ ਭਲਾ ਚਾਹੁੰਦੇ ਨੇ। ਅਤੇ ਉਹਦੇ ਲਈ ਕਮੇਟੀ ਬਣਾ ਕੇ ਇੱਕ ਪੰਜਾਬ ਤੋਂ ਬਾਹਰਲੇ ਬੰਦੇ ਨੂੰ ਉਹਦਾ ਚੇਅਰਮੈਨ ਬਣਾਇਆ ਜਾਵੇ ਤਾਂ ਇਹ ਗੱਲ ਕੋਈ ਬਹੁਤੀ ਲੋਕਾਂ ਨੂੰ ਹਜ਼ਮ ਨਹੀਂ ਹੋਈ, ਨਾ ਹੀ ਸਿਆਸਤਦਾਨਾਂ ਨੂੰ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ। ਦੂਜੀ ਗੱਲ ਇਹ ਪਈ ਰਾਘਵ ਚੱਡਾ, ਪਹਿਲੀ ਗੱਲ ਤਾਂ ਜਦੋਂ ਉਹਦੀ ਨਿਯੁਕਤੀ ਕੀਤੀ ਜਾਂਦੀ ਆ, ਰਾਜ ਸਭਾ ਮੈਂਬਰ ਬਣਾਇਆ ਜਾਂਦਾ ਨਾ ਸੰਜੀਵ ਜੀ, ਉਦੋਂ ਵੀ ਵਿਰੋਧ ਹੋਇਆ ਪਈ ਇੱਕ ਬਾਹਰਲਾ ਬੰਦਾ। ਹੁਣ ਇੱਕ ਨੈਰੇਟਿਵ ਸਿਰ 'ਚ ਆ ਜਾਂਦਾ ਨਾ ਅੱਜ ਕੱਲ੍ਹ, ਮਤਲਬ ਦੀਆਂ ਅਖਬਾਰਾਂ ਤੁਸੀਂ ਪੜ੍ਹੋ ਜਾਂ ਸੋਸ਼ਲ ਮੀਡੀਆ 'ਤੇ ਵੀ ਉਹ ਤਾਂ ਜੀ ਪੰਜਾਬ ਦਾ ਬੰਦਾ ਆ, ਜਲੰਧਰ ਦੇ ਰਹਿਣ ਵਾਲਾ ਆ, ਅਤੇ ਕੁਛ ਦਹਾਕੇ ਪਹਿਲਾਂ ਰੋਟੀ ਰੋਜ਼ੀ ਲਈ ਉਹਦਾ ਟੱਬਰ ਜਿਹੜਾ ਆ ਉਹ ਦਿੱਲੀ ਜਾ ਕੇ ਸੈਟਲ ਹੋ ਗਿਆ। ਅਤੇ ਆਰਥਿਕਤਾ ਦਾ ਬੜਾ ਮਾਹਰ ਹੈ। ਆਰਥਿਕਤਾ ਦਾ ਮੈਨੂੰ ਪਤਾ ਨਹੀਂ ਵੀ ਬਾਹਰ ਹੈਗਾ ਕਿ ਨਹੀਂ। ਉੱਥੇ ਜਿਹੜੀ ਕੈਟ ਵਾਕ ਕਰਦਾ ਜ਼ਰੂਰ ਲੋਕਾਂ ਨੇ ਉਹਨੂੰ ਦੇਖਿਆ ਕਿਸੇ ਫੈਸ਼ਨ ਸ਼ੋਅ ਦੇ ਵਿੱਚ, ਠੀਕ ਹੈ, ਔਰ ਸੁਰਖੀ ਬਿੰਦੀ ਲਾ ਕੇ ਜਨਾਨੜਿਆਂ ਵਾਂਗੂ। ਅਤੇ ਦੂਸਰੀ ਗੱਲ ਇਹ ਆ ਭਈ ਇਸ ਤੋਂ ਇਲਾਵਾ ਇਹ ਆ ਭਈ ਲੋਕਾਂ ਨੇ ਵਿਰੋਧ ਕੀਤਾ। ਕਾਂਗਰਸ ਜਿਹੜੀ ਵਿਰੋਧੀ ਧਿਰ 'ਚ ਇਸ ਵੇਲੇ ਉਹਨਾਂ ਕੋਲ ਹੀ 4 ਬੰਦੇ ਹੈਗੇ MLA, ਬਾਕੀ ਤਾਂ ਕੋਈ ਰੌਲਾ ਰੱਪਾ ਪਾਉਣ ਜੋਗੇ ਹੈ ਨਹੀਂ। ਅਕਾਲੀਆਂ ਕੋਲ ਤਾਂ 2-3 ਬੰਦੇ ਨੇ, ਹੈ ਨਾ, ਅਤੇ ਕਾਂਗਰਸ ਕੋਲ ਹਾਲੇ ਹੈਗੇ ਆ 4 ਬੰਦੇ ਵੀ ਚੱਲ ਥੋੜ੍ਹਾ ਜਿਹਾ ਲੱਗਦਾ ਆ ਵੀ ਵਿਰੋਧੀ ਧਿਰ ਹੈਗੀ ਆ। ਉਹ ਜਿਹੜੇ ਇਸ ਵੇਲੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ ਹੁਣੀ, ਉਹ ਕਹਿੰਦੇ ਭਈ ਜਿਹੜਾ ਉਹਨਾਂ ਨੇ ਟਵੀਟ ਕੀਤਾ ਭਈ ਇਹ ਰਾਘਵ ਚੱਡਾ ਦੀ ਜਿਹੜੀ ਨਿਯੁਕਤੀ ਆ ਇਹ ਇੱਕ ਤਰ੍ਹਾਂ ਨਾਲ ਜਿਹੜਾ ਭਗਵੰਤ ਮਾਨ ਹੋ ਰਹੀ ਆ ਉਹਨਾਂ ਨੂੰ ਪਾਸੇ ਕਰਕੇ ਉਹਨੂੰ CM ਬਣਾਉਣ ਦੇ ਤੋਲਿਆ ਰਾਘਵ ਚੱਡਾ ਨੂੰ, ਹੈ ਨਾ। ਅਤੇ ਇਸੇ ਤਰ੍ਹਾਂ ਹੋਰ ਲੋਕਾਂ ਨੇ, ਜਿਵੇਂ ਪ੍ਰਗਟ ਸਿੰਘ ਹੋਰੀ ਆਪਾਂ ਜਾਣਦੇ 3 ਵਾਰੀ ਉਹਨਾਂ ਨੇ ਹੈਟ੍ਰਿਕ ਬਣਾਈ ਆ। ਹਾਕੀ 'ਚ ਵੀ ਹੈਟ੍ਰਿਕ ਬਣਾਉਂਦੇ ਹੁੰਦੇ ਸੀਗੇ, ਗੋਲਾਂ ਦੀ ਫੁੱਲ ਬੈਕ ਖੇਡਦੇ ਫਾਰਵਰਡ ਜਾ ਕੇ ਗੋਲ ਕਰ ਆਉਂਦੇ ਸੀਗੇ। ਅਤੇ ਡਾਇਰੈਕਟਰ ਸਪੋਰਟਸ ਵੀ ਰਹੇ ਆ, ਐਤਕੀ ਫੇਰ ਜਿੱਤ ਗਏ ਆਪ ਦੀ ਹਨੇਰੀ ਅੱਗੇ, ਮਤਲਬ ਖੜ ਗਏ, ਹੈ ਨਾ। ਬਿਲਕੁਲ ਸਹੀ ਗੱਲ। ਅਤੇ ਉਹਨਾਂ ਨੇ ਕਿਹਾ ਵੀ ਦੇਖੋ ਭਗਵੰਤ ਸਿੰਘ ਮਾਨ ਹੋਰਾਂ ਦੇ ਉਹਨਾਂ ਨੇ ਤਨਜ਼ ਕੀਤੀ ਆ, ਕਹਿੰਦੇ ਪੱਗ ਬੰਨਣੀ ਪੀਲੀ, ਗੱਲਾਂ ਭਗਤ ਸਿੰਘ ਦੀਆਂ ਕਰਨੀਆਂ ਅਤੇ ਚਾਕਰੀ ਦਿੱਲੀ ਦੀ ਕਰਨੀ। ਇਹ ਤੋਂ ਸਿੱਧਾ ਸੰਕੇਤ ਜਾਂਦਾ ਭਈ ਜਿਹੜੀ ਪੰਜਾਬ ਸਰਕਾਰ ਆ ਉਹ ਦਿੱਲੀ ਦੇ ਪ੍ਰਭਾਵ 'ਚ ਕੰਮ ਕਰ ਰਹੀ ਆ, ਅਤੇ ਜੋ ਕਹਿੰਦੇ ਕਰੀ ਜਾਂਦੇ ਆ। ਗੱਲ ਤਾਂ ਸਰ ਇਹੀ ਆ ਸਤੀ ਸਾਹਿਬ ਕਿ ਜਦੋਂ ਸਾਡਾ ਸਿੱਖਿਆ ਮਹਿਕਮਾ ਜੀ ਐਪਲੀਕੇਸ਼ਨਸ ਮੰਗਦਾ ਕਿ ਜਿਹੜੇ ਰਿਟਾਇਰਡ ਹੋਏ ਪ੍ਰੋਫੈਸ਼ਨਲਸ ਨੇ ਜੇ ਸਾਡੇ ਵਿਦਿਆਰਥੀਆਂ ਨੂੰ ਸਿੱਖਿਆ ਦੇਣੀ ਚਾਹੁਣ ਤਾਂ ਜੀ ਸਦਕੇ ਦੇਣ। ਤੇ ਕਈ ਐਪਲੀਕੇਸ਼ਨਸ ਆਈਆਂ ਨੇ, ਰਿਟਾਇਰਡ IAS ਆਫੀਸਰਸ ਤੱਕ ਆਏ ਨੇ, ਬੱਚਿਆਂ ਨੂੰ ਪ੍ਰੋਫੈਸ਼ਨਲ ਐਜੂਕੇਸ਼ਨ ਦਿੱਤੀ ਜਾਵੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੀ ਅਤੇ ਜਿੱਥੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਸਪੈਸ਼ਲ ਕਲਾਸਿਸ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਰਿਟਾਇਰਡ ਇੰਨੇ ਮਤਲਬ ਇੰਟੈਲੀਜੈਂਸੀਆ ਬੈਠਾ ਹੈ ਪੰਜਾਬ ਦੇ ਵਿੱਚ, ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਦੀ ਐਡਵਾਈਜ਼ਰੀ ਕਮੇਟੀ ਬਣਾਈ ਜਾ ਸਕਦੀ ਹੈ ਜੀ, ਔਰ ਉਹ ਬਿਲਕੁਲ ਐਡਵਾਈਜ਼ ਕਰ ਸਕਦੇ ਨੇ। ਬਿਲਕੁਲ। ਸੋ ਤੁਸੀਂ JEE ਦੇ ਰਿਜ਼ਲਟ ਦੇਖ ਲਓ, ਕੱਲ੍ਹ ਜੁਆਇੰਟ ਐਂਟਰੈਂਸ ਐਗਜ਼ਾਮ ਦੇ ਰਿਜ਼ਲਟ ਆਏ ਆ ਇੰਜੀਨੀਅਰਿੰਗ ਲਈ, ਉਹਦੇ 'ਚ ਪੰਜਾਬ ਦਾ ਇੱਕ ਬੱਚਾ ਆਉਂਦਾ ਹੈਗਾ ਉੱਤੇ ਮੈਰਿਟ ਦੇ ਵਿੱਚ, ਪਹਿਲਿਆਂ ਦੇ ਵਿੱਚ, ਜਿਹੜੇ 100% ਅੰਕ ਲੈਣ ਵਾਲੇ। ਤੇਲੰਗਾਨਾ ਜਿਹੜਾ ਮਤਲਬ ਹਾਲੇ ਕੱਲ੍ਹ ਸਟੇਟ ਬਣਦਾ ਆਂਧਰਾ ਤੋਂ ਅੱਡ ਹੋ ਕੇ, ਔਰ ਆਂਧਰਾ ਦੇ ਬੱਚੇ ਉਹ ਤੋਂ ਗਾਂ ਬਿਹਾਰ ਦੇ ਬੱਚੇ ਜਿਹੜੇ ਆ, ਉੜੀਸਾ ਦੇ ਬੱਚੇ ਅੱਗੇ ਆ ਰਹੇ ਆ। ਐਗਜ਼ੈਕਟਲੀ।
ਹੁਣ ਇੱਕ ਇਹੀ ਨਾਂ ਦੇ ਉੱਤੇ ਸਭ ਦਾ ਮਤਲਬ ਰਾਉਂਡ ਲਗਾ ਕੇ ਬੈਠੇ ਹੋਏ ਨੇ, ਕੁਐਸਚਨ ਮਾਰਕ ਲਗਾ ਕੇ ਬੈਠੇ ਹੋਏ ਨੇ, ਵਾਈ ਰਾਘਵ ਚੱਡਾ? ਜੀ, ਰਾਘਵ ਚੱਡਾ ਨੂੰ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ? ਲੋਕ ਤਾਂ ਇਹ ਵੀ ਕਹਿੰਦੇ ਆ ਵੀ ਉਹ ਜਵਾਈ ਬਣ ਰਿਹਾ ਕੇਜਰੀਵਾਲ ਦਾ, ਤੇ ਇਸ ਕਰਕੇ ਮਤਲਬ ਉਹਨੂੰ ਅੱਗੇ ਲਿਆਂਦਾ ਜਾ ਰਿਹਾ, ਕੋਈ ਕੁਆਲੀਫਿਕੇਸ਼ਨ ਨਾ ਹੋਈ ਤੇ ਉਹ ਤਾਂ ਸ਼ੈਡੋ ਸੀਐਮ ਹੋ ਗਿਆ। ਦੂਸਰੀ ਗੱਲ ਇਹ ਆ ਬਈ ਆਪ ਦੇ ਜਿਹੜੇ ਵਿਧਾਇਕ ਆ ਉਹ ਵੀ ਅੰਦਰ ਖਾਤੇ ਔਖੇ ਆ, ਮੰਤਰੀ ਵੀ ਔਖੇ ਆ, ਉਹ ਤਾਂ ਮਤਲਬ ਕੇਜਰੀਵਾਲ ਸਾਹਿਬ ਦੀ ਘੁਰਕੀ ਤੋਂ ਡਰਦੇ ਕੁਝ ਬੋਲਦੇ ਨਹੀਂਗੇ। ਮਤਲਬ ਇਹ ਸੀਐਮ ਬਣ ਕੇ ਭਗਵੰਤ ਮਾਨ ਸਾਹਿਬ ਆਪਣਾ ਸਟੈਂਡ ਕਿਉਂ ਨਹੀਂ ਲੈਂਦੇ ਪਏ? ਕਿਉਂਕਿ ਆਫਟਰ ਆਲ ਕਨਸਟੀਟਿਊਸ਼ਨ ਨੇ ਉਹਨਾਂ ਨੂੰ ਪੂਰੇ ਰਾਈਟਸ ਦਿੱਤੇ ਹੋਏ ਨੇ। ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਥੋੜਾ ਕਿ ਪਾਰਟੀ ਦੇ ਸੁਪਰੀਮੋ ਦੀ ਇੱਕ ਪਾਰਟੀ ਦੇ ਅੰਦਰ ਚੱਲ ਸਕਦੀ ਹੈ, ਪਰ ਸਟੇਟ ਦੇ ਵਿੱਚ ਦਖਲਅੰਦਾਜ਼ੀ ਥੋੜਾ ਹੋ ਸਕਦੀ ਹੈ। ਬਿਲਕੁਲ ਬਿਲਕੁਲ। ਸੋ ਇਹੀ ਤਾਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਨੂੰ ਸੈਟਬੈਕ ਦੇ ਰਹੀਆਂ ਨੇ। ਬਿਲਕੁਲ। ਔਰ ਕਹਿੰਦੇ ਜੀ ਭਈ ਆਰਥਿਕਤਾ ਜਿਹੜੀ ਆ ਪੰਜਾਬ ਦੀ ਉਹ ਸੁਧਾਰਨ ਦੇ ਲਈ ਰਾਘਵ ਚੱਡਾ ਮਤਲਬ ਸਾਡੇ ਵਧੀਆ ਸਲਾਹਕਾਰ ਹੋ ਸਕਦੇ ਆ। ਪੰਜਾਬ ਦੇ ਸਲਾਹਕਾਰ ਜਿਹੜੇ ਆ ਉਹ ਕਿਤੇ ਅੰਬਰੀ ਚੜ ਗਏ, ਜਿਹੜੇ ਮੁਫਤ ਸੇਵਾਵਾਂ ਦੇਣ ਲਈ ਤਿਆਰ ਨੇ, ਜਿਨ੍ਹਾਂ ਨੇ ਸਾਰੀਆਂ ਉਮਰਾਂ ਹੰਢਾ ਦਿੱਤੀਆਂ। ਇੱਥੇ ਇੰਨੇ ਦਾਨਸ਼ਵਰ ਬੈਠੇ ਆ, ਸਰਦਾਰਾ ਸੂਈ ਜੌਲ ਹੁਣੀ ਬੈਠੇ ਆ, ਇੱਥੇ ਸੁੱਚਾ ਸਿੰਘ ਗਿੱਲ ਵਰਗੇ ਬੈਠੇ ਆ, ਇੱਥੇ ਇੱਕ ਹੁਣ ਇੰਗਲੈਂਡ ਵਸ ਰਹੇ ਆ, ਉਹ ਵੀ ਖੇਤੀਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਆ। ਇੱਥੇ ਸਾਡੇ ਕੋਲ ਇੰਨੇ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਾਰੀ ਉਮਰ ਜਿਨ੍ਹਾਂ ਨੇ ਪੜ੍ਹਾਇਆ ਜਾਂ ਪੰਜਾਬ 'ਚ ਉੱਚੀਆਂ ਪਦਵੀਆਂ 'ਤੇ ਰਹੇ ਆ, ਇੰਨੇ ਬੰਦੇ ਤਾਂ ਸਾਡੇ ਕੋਲ ਬੈਠੇ ਆ, ਤਾਂ ਉਹ ਮਤਲਬ ਉਹਨਾਂ ਦੀਆਂ ਸਲਾਹਾਂ ਕਿਉਂ ਨਹੀਂ ਲਈਆਂ ਜਾਂਦੀਆਂ? ਮੈਂ ਬਿਲਕੁਲ ਤੁਹਾਡੀ ਗੱਲ ਅੰਡਰਸਟੈਂਡ ਕਰ ਰਿਹਾ ਜੀ। ਇੱਕ ਤੁਸੀਂ ਇਹ ਪੁਆਇੰਟ ਉਠਾਇਆ ਹੈ ਕਿ ਉਹ ਰਿਸ਼ਤੇਦਾਰ ਬਣਨ ਜਾ ਰਹੇ ਨੇ ਕੇਜਰੀਵਾਲ ਸਾਹਿਬ ਦੇ, ਰਾਘਵ ਚੱਡਾ ਜੀ। ਇਸ ਕਰਕੇ ਕਿਉਂਕਿ ਇਹ ਗੱਲ ਵੀ ਗਰਮਾਈ ਹੋਈ ਹੈ ਸਿਆਸਤ ਦੇ ਗਲਿਆਰੇ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਵੈਲਿਊ ਦਿੱਤੀ ਜਾ ਰਹੀ ਹੈ, ਇੰਪੋਰਟੈਂਸ ਦਿੱਤੀ ਜਾ ਰਹੀ ਹੈ। ਪਰ ਇਹ ਤੇ ਕੋਈ ਕੁਆਲੀਫਿਕੇਸ਼ਨ ਨਾ ਹੋਈ, ਇਹ ਤਾਂ ਉਹਨਾਂ ਦਾ ਫੈਮਿਲੀ ਮੈਟਰ ਹੈ, ਜੋ ਮਰਜ਼ੀ ਕਰੋ ਫੈਮਿਲੀ ਮੈਟਰਸ ਦੇ ਵਿੱਚ। ਪਰ ਇਹ ਸਟੇਟ ਜਵਾਈ ਕੱਲ ਨੂੰ ਬਣਨਾ ਵੀ ਆ ਤਾਂ ਜਵਾਈ ਨੂੰ ਇੰਨੀ ਚੌਧਰ ਦੇ ਦਿਓ ਵੀ ਇੱਕ ਸਟੇਟ ਹੀ ਸੰਭਾਲ ਲਵੋ, ਪਰ ਇਹ ਥੋੜਾ ਗੱਲ ਹੋਈ। ਇਹ ਲੋਕਾਂ ਨੂੰ ਪ੍ਰਵਾਨ ਥੋੜਾ ਹੋਏਗਾ। ਬਿਲਕੁਲ ਪ੍ਰਵਾਨ ਨਹੀਂ ਹੈ। ਇਹ ਕੋਈ ਤੁਹਾਡਾ ਜੱਦੀ ਸਟੇਟ ਥੋੜਾ ਹੈਗੀ ਹੈ, ਜਾਂ ਤੁਸੀਂ ਕੋਈ ਰਾਜੇ ਮਹਾਰਾਜੇ ਰਜਵਾੜੇ ਥੋੜਾ ਹੈਗੇ ਹੋ। ਔਰ ਡੈਮੋਕ੍ਰੇਸੀ ਹੈ। ਫਿਰ ਉਹਦਾ ਗਾਂ ਸਲਾਹਕਾਰ ਲੱਖ ਲੱਖ ਤਨਖਾਹਾਂ ਉਹਨਾਂ ਨੂੰ ਹਨ। ਹਾਲਾਂਕਿ ਇਹ ਕਿਹਾ ਗਿਆ ਕਿ ਇਸ ਕਮੇਟੀ ਨੂੰ ਕੋਈ ਤਨਖਾਹ ਨਹੀਂ ਮਿਲੇਗੀ, ਇਹ ਗੱਲ ਕੀਤੀ ਗਈ ਹੈ ਜੀ। ਪਰ ਉਹ ਸੁਣਨ ਚ ਆਇਆ ਵੀ ਉਹਦਾ ਅੱਗੇ ਇੱਕ ਹੋਰ ਸਲਾਹਕਾਰ ਰੱਖ ਕੇ ਐਡਵਾਈਜ਼ਰ, ਉਹਦਾ ਮੀਡੀਆ ਐਡਵਾਈਜ਼ਰ, ਉਹਨੂੰ ਗਾਂ ਤਨਖਾਹ ਦਿੱਤੀ ਜਾਊਗੀ, ਹੈ ਨਾ, ਲੱਖ ਰੁਪਏ ਤੋਂ। ਕੁਝ ਪਤਾ ਨਹੀਂ ਲੱਗ ਰਿਹਾ। ਮਤਲਬ ਗੱਲ ਇਹ ਹੈ ਕਿ ਇਹ ਕਿਸੇ ਵੀ ਐਂਗਲ ਤੋਂ ਪੰਜਾਬ ਵਾਸਤੇ ਇੱਕ ਸਹੀ ਫੈਸਲਾ ਨਹੀਂ ਹੈ। ਬਿਲਕੁਲ ਬਿਲਕੁਲ। ਪਹਿਲਾਂ ਤਾਂ ਰਾਜ ਸਭਾ ਮੈਂਬਰ ਜਿਹੜੇ ਪੰਜਾਬ ਨੇ ਮਾਰੂ ਫੈਸਲਾ ਆਇਆ ਹੈ। ਬਿਲਕੁਲ ਹੈ। ਹਾਂਜੀ। ਔਰ ਜਿਹੜੇ 5 ਪਹਿਲਾਂ ਸਲਾਹਕਾਰ ਭੇਜੇ ਸੀ ਰਾਜ ਸਭਾ ਦੇ ਵਿੱਚ ਪੰਜਾਬ ਦੇ, ਉਹ ਵੀ ਜਿਹੜੇ ਮੈਂਬਰਸ ਭੇਜੇ ਸੀ, ਉਹ ਵੀ ਲੋਕਾਂ ਨੂੰ ਪ੍ਰਵਾਨ ਨਹੀਂ, ਕੋਈ ਇੱਕ ਬੰਦਾ ਵੀ ਪ੍ਰਵਾਨ ਨਹੀਂ ਉਹਨਾਂ ਵਿੱਚ। ਬਿਲਕੁਲ। ਔਰ ਕਹਿੰਦੇ ਆ ਵੀ ਜਿਹੜੀ ਸੰਗਰੂਰ ਵਾਲੀ ਜਿਮਨੀ ਚੋਣ ਹਾਰੇ ਆ ਆਪ ਵਾਲੇ, ਉਹ ਵੀ ਲੋਕਾਂ ਨੇ ਉਸੇ ਗੁੱਸੇ ਦਾ ਹੀ ਪ੍ਰਗਟਾਵਾ ਕੀਤਾ ਵੀ ਇਹ ਤਾਂ ਬੰਦੇ ਤੁਸੀਂ ਬਾਹਰਲੇ ਮਤਲਬ ਲਵਲੀ ਯੂਨੀਵਰਸਿਟੀ ਵਾਲਿਆਂ ਬਾਰੇ ਪਿਛਲੀ ਜਦੋਂ ਕਾਂਗਰਸ ਸਰਕਾਰ ਸੀਗੀ, ਜਦੋਂ ਉਹ ਆਪਣੇ ਜਦੋਂ ਯੂਨੀਵਰਸਿਟੀ ਨੂੰ ਪ੍ਰਵਾਨਗੀ ਮਿਲਦੀ ਆ, ਹੈ ਨਾ, ਤੇ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜੇ ਉਸ ਵੇਲੇ ਦੇ ਸਪੀਕਰ ਸੀਗੇ ਵਿਧਾਨ ਸਭਾ ਦੇ, ਉਹਨਾਂ ਨੇ ਕੀ ਬਿਆਨ ਦਿੱਤਾ ਸੀ ਵੀ ਤੁਸੀਂ ਕਿਹੜੇ ਲੋਕ ਆ ਜਿਨ੍ਹਾਂ ਨੂੰ ਯੂਨੀਵਰਸਿਟੀਆਂ ਸੌਂਪ ਰਹੀਆਂ। ਬਿਲਕੁਲ ਸਹੀ ਗੱਲ। ਹੁਣ ਤੁਸੀਂ ਦੱਸੋ ਇਸ ਕਮੇਟੀ ਨੂੰ ਪ੍ਰਵਾਨ ਕਰ ਲਿਆ ਹੈ ਸਾਰੀਆਂ ਧਿਰਾਂ ਨੇ, ਜਾਂ ਇਸ? ਦੇਖੋ ਇਹ ਸਰਕਾਰ ਨੇ ਤਾਂ ਬਣਾਤੀ, ਨਿਯੁਕਤੀਆਂ ਵੀ ਕਰ ਦਿੱਤੀਆਂ, ਪਰ ਲੋਕਾਂ ਨੂੰ ਤਾਂ ਪ੍ਰਵਾਨ ਨਹੀਂ ਨਾ ਹੀ ਵਿਰੋਧੀ ਧਿਰ ਨੂੰ ਪ੍ਰਵਾਨ ਆ। ਫਿਰ ਕਰ ਕੀ ਸਕਦੇ ਆ? ਤੇ ਕਰ ਕੁਛ ਨਹੀਂ ਸਕਦੇ, ਬਸ ਸਰਕਾਰ ਆ ਵੀ ਤਿੰਗੋਜੋਰੀ ਕਰਦੀ ਆ, ਮੰਨਣਾ ਪਏਗਾ ਹੈ ਨਾ। ਔਰ ਇਹ ਸਾਡੇ ਲਈ ਪੰਜਾਬ ਲਈ ਮਾਰੂ ਫੈਸਲਾ ਆ। ਮੈਂ ਤਾਂ ਔਰ ਕੱਲ ਨੂੰ ਜੋ ਪੰਜਾਬ ਦਾ ਯੋਜਨਾ ਬੋਰਡ ਹੈ, ਉਹਦੇ ਵਿੱਚ ਵੀ ਰਾਘਵ ਚੱਡਾ ਦਖਲਅੰਦਾਜ਼ੀ ਕਰਨਗੇ, ਮੈਂਬਰ ਬਣਨਗੇ। ਬਿਲਕੁਲ। ਕਿਉਂਕਿ ਸੀਐਮ ਸਾਹਿਬ ਤੇ ਆਪ ਮੁਖੀ ਰਹਿਣਗੇ ਉਹਦੇ। ਪਰ ਜਦੋਂ ਇਹ ਉਹਦੇ ਵਿੱਚ ਐਂਟਰੀ ਕਰ ਜਾਂਦੇ ਆ ਤਾਂ ਪੰਜਾਬ ਦੀਆਂ ਸਾਰੀਆਂ ਯੋਜਨਾਵਾਂ ਇਹ ਇੰਟਰਫੀਰੈਂਸ ਵੇ ਤਾਂ ਉਹ ਤਾਂ ਸਿੱਧੀ ਇੰਟਰਫੀਰੈਂਸ ਹੋ ਗਈ। ਸਾਰੀ ਕੈਬਨਿਟ ਪਾਵਰ ਉਹਨਾਂ ਕੋਲ। ਬਿਲਕੁਲ। ਚੱਡਾ ਸਾਹਿਬ ਕੋਲ। ਤੇ ਤੁਸੀਂ ਠੀਕ ਕਹਿ ਰਹੇ ਹੋ, ਸ਼ੈਡੋ ਸੀਐਮ ਕੈਬਨਿਟ ਰੈਂਕ ਦੇ ਵਿੱਚ ਹੀ ਲਿਆਂਦਾ ਉਹਨਾਂ ਨੂੰ ਹੁਣ, ਹੈ ਨਾ, ਸ਼ੈਡੋ ਸੀਐਮ ਜੀ। ਸੋ ਇਹ ਜਿਹੜਾ ਨਾ ਇਹ ਫੈਸਲਾ ਜਿਹੜਾ ਆ ਪੰਜਾਬ ਲਈ ਮਾਰੂ ਫੈਸਲਾ ਆ। ਔਰ ਇਹ ਫੈਸਲਾ ਇਹ ਦਰਸਾਉਂਦਾ, ਚੱਡਾ ਦੀ ਨਿਯੁਕਤੀ ਇਹ ਦਰਸਾਉਂਦੀ ਆ ਵੀ ਪੰਜਾਬ 'ਚ ਕੋਈ ਕੰਮ ਦਾ ਬੰਦਾ ਹੈ ਨਹੀਂ, ਕੋਈ ਥਿੰਕ ਟੈਂਕ ਹੈ ਨਹੀਂ ਗਾ ਸਾਡੇ ਕੋਲ, ਤੇ ਸਾਡੇ ਕੋਲ ਕੋਈ ਇਦਾਂ ਦਾ ਚਿੰਤਕ ਹੈ ਨਹੀਂ ਜਿਹੜਾ ਪੰਜਾਬ ਦੀ ਜਿਹੜੀ ਚਿੱਕੜ 'ਚ ਖੁੱਬੀ ਗਾਡਿਆ ਉਹਨੂੰ ਪੱਧਰੇ ਰਾਹ ਤੇ ਲਿਆਣ ਕੇ ਖੜੀ ਕਰ ਸਕੇ। ਸੋ ਇਹਦਾ ਭਾਵ ਤਾਂ ਇਹੀ ਲਿਆ ਜਾਏਗਾ ਨਾ ਜੀ। ਤੇ ਫਿਰ ਇਹਦਾ ਸੋਲੂਸ਼ਨ ਕੀ ਹੈ ਹੁਣ? ਜੇ ਸਭ ਨੂੰ ਪ੍ਰਵਾਨ ਨਹੀਂ, ਵਿਰੋਧੀ ਧਿਰਾਂ ਨੂੰ ਪ੍ਰਵਾਨ ਨਹੀਂ, ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਨਹੀਂ, ਉਹ ਤਾਂ ਰੌਲਾ ਰੱਪਾ ਪਾ ਸਕਦੇ ਆ। ਕੱਲ ਨੂੰ ਕੋਈ ਲਹਿਰ ਵੀ ਉੱਠ ਸਕਦੀ ਆ ਵੀ ਇਹਨੂੰ ਲਾਹੋ, ਹੈ ਨਾ, ਗੱਦੀ ਤੋਂ। ਕੀ ਲੱਗਦਾ ਪੰਜਾਬ ਦਾ ਇਹ? ਜੀ 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 ਜੀ। ਲੋਕ ਮਤਲਬ ਅੰਦੋਲਨ, ਕਈ ਗੱਲਾਂ ਲਈ ਅੰਦੋਲਨ ਛਿੜਦੇ ਵੀ ਆ, ਹੈ ਨਾ, ਤੇ ਕਈ ਅੰਦੋਲਨ ਜਾਇਜ਼ ਵੀ ਹੁੰਦੇ ਆ, ਕਈ ਨਾਜਾਇਜ਼ ਵੀ ਹੁੰਦੇ ਆ, ਹੈ ਨਾ।
ਤੇ ਇਸ ਕਰਕੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੱਸੇਗਾ ਵੀ ਕੀ ਬਣਦਾ ਪੰਜਾਬ ਦਾ। ਜੀ ਚਲੋ ਜੋ ਵੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਸੋਝੀ ਆਉਣੀ ਚਾਹੀਦੀ ਹੈ, ਜੋ ਵੀ ਉਹ ਸਟੈਪ ਲੈਣ ਸਮਝਦਾਰੀ ਨਾਲ ਸਟੈਪ ਲੈਣ ਜੋ ਪੰਜਾਬ ਦੇ ਫਾਇਦੇ ਵਾਸਤੇ ਹੋਵੇ ਉਹ ਜ਼ਰੂਰ ਹੋਣਾ ਚਾਹੀਦਾ। ਮਾਨ ਸਾਹਿਬ ਨੂੰ ਵੀ ਹਾਲਾਂਕਿ ਉਹਨਾਂ ਦੇ ਬਿਆਨ, ਉਹਨਾਂ ਦੀ ਸੋਚ, ਉਹਨਾਂ ਉੱਤੇ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਸ਼ੁਬਾ ਨਹੀਂ ਹੈ, ਅਸੀਂ ਪੂਰਾ ਫੇਥ ਪੂਰਾ ਵਿਸ਼ਵਾਸ ਰੱਖਦੇ ਹਾਂ ਉਹਨਾਂ ਦੇ ਉੱਤੇ, ਪਰ ਜਿਹੜੇ ਇਦਾਂ ਦੇ ਫੈਸਲੇ ਸਾਹਮਣੇ ਆ ਰਹੇ ਨੇ ਜੀ ਇਹ ਫੈਸਲੇ ਪ੍ਰਵਾਨ ਨਹੀਂ, ਪਹਿਲਾਂ ਰਾਜ ਸਭਾ ਮੈਂਬਰ ਦੇ ਤੌਰ ਤੇ ਵੀ ਤੇ ਹੁਣ ਇੱਕ ਕਮੇਟੀ ਜਿਹੜੀ ਬਣੀ ਹੈ ਇਹ ਵੀ ਬਿਲਕੁਲ ਲੋਕਾਂ ਨੂੰ ਇਹ ਪ੍ਰਵਾਨ ਨਹੀਂ। ਤੇ ਨਾਲ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਨਵੀਂ ਵਿਧਾਨ ਸਭਾ ਵਾਸਤੇ ਹਰਿਆਣਾ ਨੇ ਕਿਹਾ ਤੇ ਮਾਨ ਸਾਹਿਬ ਕਹਿੰਦੇ ਸਾਨੂੰ ਵੀ ਦੇ ਦਿਓ ਜੀ, ਹੁਣ ਇਹ ਬੜਾ ਅਜੀਬ ਜਿਹਾ ਬਿਆਨ ਲੱਗਦਾ। ਆਪਣੇ ਘਰ 'ਚ ਹੀ ਆਪਣੇ ਘਰ ਨੂੰ ਛੱਡ ਕੇ ਤੁਸੀਂ ਕਹਿੰਦੇ ਸਾਨੂੰ ਨਵਾਂ ਘਰ ਬਣਾ ਦਿਓ, ਤੁਹਾਡਾ ਤੇ ਆਲਰੇਡੀ ਹੈਗਾ 1970 ਦਾ ਜਿਹੜਾ ਹੁਣ ਪਾਸ ਹੋਇਆ ਅਕੀਦਾ ਹੈ ਸਾਰਾ ਉਹਦੇ ਮੁਤਾਬਿਕ। ਹੁਣ ਦੇਖੋ ਜੀ ਕੱਲ ਉੱਥੇ ਆਏ ਆ ਦਰਬਾਰ ਸਾਹਿਬ ਨਤਮਸਤਕ ਹੋਣ, ਮੱਥਾ ਟੇਕਣ ਆਏ ਆਪਣੀ ਸਰਦਾਰਨੀ ਦੇ ਨਾਲ, ਡਾਕਟਰ ਗੁਰਪ੍ਰੀਤ ਹੋਣਾ ਨਾਲ, ਪੂਰਾ ਪਰਿਵਾਰ ਨਾਲ, ਉਹਨਾਂ ਦੇ ਮਾਤਾ ਜੀ ਸੀ, ਉਹਨਾਂ ਦੇ ਭੈਣ ਜੀ ਸੀਗੇ, ਤਾਂ ਲੋਕਾਂ ਦੀਆਂ ਵਧਾਈਆਂ ਵੀ ਕਬੂਲ ਕੀਤੀਆਂ ਉਹਨਾਂ ਨੇ। ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਬਾਹਰ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰ ਰਹੇ ਸੀਗੇ, ਤਾਂ ਪੱਤਰਕਾਰਾਂ ਨੇ ਪਹਿਲਾਂ ਤਾਂ ਸਵਾਲ ਕੀਤੇ ਖਾਸ ਕਰਕੇ ਚੰਡੀਗੜ੍ਹ ਬਾਰੇ। ਉਹ ਕਹਿੰਦੇ ਵੀ ਨਹੀਂ, ਮੈਂ ਨਾ ਜਿਹੜਾ ਚੰਡੀਗੜ੍ਹ ਤੇ ਅਸੀਂ ਦਾਅਵਾ ਤਾਂ ਛੱਡਿਆ ਹੀ ਨਹੀਂ। ਤੇ ਉਹਨਾਂ ਨੇ ਲੋਕਾਂ ਨੇ ਕਿਹਾ ਵੀ ਜਿਹੜਾ ਪੱਤਰਕਾਰਾਂ ਨੇ ਪੁੱਛਿਆ ਵੀ ਜਿਹੜਾ ਤੁਸੀਂ ਕਹਿੰਦੇ ਆ ਵੀ ਸਾਨੂੰ ਥਾਂ ਦਿੱਤਾ ਜਾਵੇ, ਉਹ ਤਾਂ ਆਪਣੇ ਘਰ 'ਚ ਹੀ ਆਪ ਹੀ ਥਾਂ ਮੰਗ ਰਹੇ ਆ, ਹੈ ਨਾ। ਇਸ ਗੱਲ ਦਾ ਉਹਨਾਂ ਕੋਲ ਕੋਈ ਜਵਾਬ ਤਾਂ ਨਹੀਂ ਸੀਗਾ। ਫਿਰ ਉਹ ਕੋਈ ਗੱਲ ਚੱਲੀ ਕਾਂਗਰਸ ਦੀ, ਤੇ ਉਹ ਕਹਿੰਦੇ ਭਈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੀ ਉਹ ਖਿਲਾਫ ਬੋਲਦੇ ਆ। ਫਿਰ ਬਾਦਲਾਂ ਦੀ ਖਾਸ ਕਰਕੇ ਬਾਦਲਾਂ ਬਾਰੇ ਉਹ ਕਹਿੰਦੇ ਭਈ ਜਿਹੜਾ ਚੰਡੀਗੜ੍ਹ ਤੇ ਪੰਜਾਬ ਦੇ ਦਾਅਵਿਆਂ ਦੀ ਹੁਣ ਤੱਕ ਜਾਣੀ ਕਿ ਕੋਈ ਭਰਪਾਈ ਨਹੀਂ ਹੋਈ ਜਾਂ ਕੋਈ ਉਹ ਸਿਰੇ ਨਹੀਂ ਲੱਗੇ, ਚੰਡੀਗੜ੍ਹ ਪੰਜਾਬ ਨੂੰ ਨਹੀਂ ਮਿਲਿਆ, ਵੀ ਇਹ ਪਿਓ ਪੁੱਤ ਦੀਆਂ ਬਾਦਲਾਂ ਦੀਆਂ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਭਿਆਲੀ ਸੀ ਕੇਂਦਰ ਦੇ ਨਾਲ ਇਹ ਰਲੇ ਹੋਏ ਸੀਗੇ, ਇਸ ਕਰਕੇ ਸਿਰੇ ਨਹੀਂ ਲੱਗੀ ਹੁਣ ਤੱਕ ਕੋਈ ਗੱਲਬਾਤ। ਤੇ ਵੀ ਜਿਹੜਾ ਪੰਜਾਬ ਦਾ ਬੇੜਾ ਡੁੱਬਣ ਵਾਲੇ ਇਹ ਪਿਓ ਪੁੱਤ ਆ, ਇਹ ਮੁੱਖ ਤੌਰ ਤੇ ਉਹਨਾਂ ਨੇ ਗੱਲ ਕਹੀ ਆ। ਤੇ ਦੂਸਰਾ ਕਹਿੰਦੇ ਵੀ ਅਸੀਂ ਚੰਡੀਗੜ੍ਹ ਤੇ ਦਾਅਵਾ ਨਹੀਂ ਛੱਡਿਆ ਆਪਣਾ, ਹੈ ਨਾ। ਤੇ ਜਿਹੜੀ ਦੂਸਰੀ ਗੱਲ ਆ ਉਹਦਾ ਤਾਂ ਜਵਾਬ ਉਹ ਟਾਲ ਹੀ ਗਏ ਨਾ ਵੀ ਅਸੀਂ ਆਪਣੇ ਘਰ 'ਚ ਹੀ ਆਪਣੇ ਲਈ ਥਾਂ ਮੰਗਣ ਡਏ ਆ, ਹੈ ਨਾ। ਮਤਲਬ ਪੰਜਾਬ ਦਾ, ਪੰਜਾਬ ਦੇ ਪਿੰਡ ਜਾੜ ਕੇ ਬਣਿਆ, ਪੰਜਾਬੀ ਬੋਲਦੇ ਇਲਾਕੇ ਸਾਰੇ, ਹੈ ਨਾ। ਮਤਲਬ ਇੱਕ ਸੀਐਮ ਵੱਲੋਂ ਇਦਾਂ ਦੀ ਸਟੇਟਮੈਂਟ ਆਉਣੀ ਜੀ ਇਹ ਆਪਣੇ ਆਪ ਵਿੱਚ ਬੜੀ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਕਿ ਇਹ ਡਾਕੂਮੈਂਟਸ, ਇਹ ਪੁਰਾਣੇ ਜੋ ਨਿਯਮ ਪਾਸ ਹੋਏ ਨੇ, ਕਿਆ ਇਹਨਾਂ ਦੇ ਜੋ ਸਲਾਹਕਾਰ ਨੇ, ਜੋ ਇਹਨਾਂ ਦੀ ਐਡਵਾਈਜ਼ਰੀ ਕਮੇਟੀ ਹੈ ਮਾਨ ਸਾਹਿਬ ਦੀ, ਸੀਐਮ ਸਾਹਿਬ ਦੀ, ਜੋ ਇਹਨਾਂ ਦੇ ਨਾਲ ਸਾਰੇ ਸੈਕਟਰੀਏਟ ਹੈ ਇਹਨਾਂ ਦਾ, ਉਹ ਜਾਣੂ ਨਹੀਂ ਕਰਵਾਉਂਦੇ ਕਿ ਪਿਛਲੇ ਕੀ ਕਾਨੂੰਨ ਪਾਸ ਹੋਏ ਨੇ, ਪਿਛਲੇ ਕੀ ਦਸਤਾਵੇਜ਼ ਨੇ ਜਿਹੜੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਚੰਡੀਗੜ੍ਹ ਪੰਜਾਬ ਦਾ ਹੀ ਹੈ, ਚੰਡੀਗੜ੍ਹ ਕੋਈ ਬਾਹਰ ਦਾ ਤਾਂ ਹੈ ਨਹੀਂ। ਬਸ ਜੀ ਦੇਖੋ ਆਪਣੇ ਹੁਣ ਇੱਦਾਂ ਦੀਆਂ ਵੀ ਕਨਸੂਆਂ ਮਿਲਦੀਆਂ ਵੀ ਕੱਲ੍ਹ ਨੂੰ ਜਿਹੜਾ ਚੰਡੀਗੜ੍ਹ ਆ ਉਹਨੂੰ ਵੱਖਰਾ ਸੂਬਾ ਬਣਾ ਦਿੱਤਾ ਜਾਵੇ, ਹੈ ਨਾ। ਉਹ ਯੂਟੀ ਦਾ ਸਟੇਟਸ ਵੀ ਉਹ ਤੋਂ ਖੋਲਿਆ ਜਾਵੇ, ਠੀਕ ਹੈ। ਤੇ ਜਿੱਦਾਂ ਕੇਂਦਰ ਸ਼ਾਸਿਤ ਪ੍ਰਦੇਸ਼ ਆ ਇਸ ਵੇਲੇ ਆਪਾਂ ਸਮਝਦੇ ਹਾਂ, ਹੈ ਨਾ। ਤੇ ਜੇ ਇਸ ਤਰ੍ਹਾਂ ਹੁੰਦਾ ਫਿਰ ਤਾਂ ਬਹੁਤ ਜ਼ਿਆਦਾ ਧੱਕਾ ਆ। ਦੂਸਰੀ ਗੱਲ ਇਹ ਆ ਭਈ ਜਿਵੇਂ ਅਮਿਤ ਸ਼ਾਹ ਹੁਣੀ ਪਿਛਲੇ ਦਿਨੀ ਕਹਿ ਗਏ ਵੀ ਜੀ ਹਰਿਆਣਾ ਨੂੰ ਆਪਾਂ ਥਾਂ ਦੇ ਰਹੇ ਹਾਂ। ਅਮਿਤ ਸ਼ਾਹ ਪੰਜਾਬ ਸਰਕਾਰ ਨਾਲ ਸਲਾਹ ਕੀਤੇ ਬਿਨਾਂ, ਪੰਜਾਬ ਦੇ ਲੋਕਾਂ ਦੀ ਮਤਲਬ ਕੋਈ ਪੁੱਛਗਿੱਛ ਨਹੀਂ, ਤਾਂ ਉਹ ਗ੍ਰਹਿ ਮੰਤਰੀ ਕਿਵੇਂ ਆਪਣੇ ਤੌਰ ਤੇ ਬਿਆਨ ਦੇ ਸਕਦਾ ਆ ਵੀ ਮਤਲਬ ਇਹਦਾ ਮਤਲਬ ਜੋ ਮਰਜ਼ੀ ਕਰੀ ਜਾਓ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ। ਤੇ ਪੰਜਾਬ 'ਚ ਰੌਲਾ ਰੱਪਾ ਤਾਂ ਪੈ ਰਿਹਾ। ਦੂਸਰੀ ਗੱਲ ਇਹ ਆ ਵੀ ਭਗਵੰਤ ਮਾਨ ਹੁਣੀ ਪਿਛਲੇ ਦਿਨੀ ਬਿਆਨ ਦਿੱਤਾ ਸੀਗਾ ਵੀ 60-40 ਦਾ ਜਿਹੜਾ ਅਨੁਪਾਤ ਆ ਅਫਸਰਾਂ ਦਾ, ਅਸੀਂ ਤਾਂ ਉਹਦੀ ਵੀ ਮੰਗ ਕਰ ਰਹੇ ਹਾਂ, ਹੈ ਨਾ। ਪੰਜਾਬ ਯੂਨੀਵਰਸਿਟੀ ਬਾਰੇ ਵੀ ਉਹਨਾਂ ਨੇ ਮਤਾ ਹੀ ਪਾਸ ਕਰ ਦਿੱਤਾ ਵੀ ਪੰਜਾਬ ਯੂਨੀਵਰਸਿਟੀ, ਹਾਈ ਕੋਰਟ ਬਾਰੇ ਵੀ ਹੈ, ਤਾਂ ਹਾਈ ਕੋਰਟ ਬਾਰੇ ਵੀ ਇਸੇ ਤਰ੍ਹਾਂ ਆ, ਹਨ। ਸੋ ਇਹ ਜਿਹੜੇ ਦੂਸਰੀ ਗੱਲ ਇਹ ਆ ਵੀ ਚੰਡੀਗੜ੍ਹ 'ਚੋਂ ਵਿਧਾਨ ਸਭਾ 'ਚ ਕੁਛ ਬੋਲਦੇ ਆ, ਅੰਮ੍ਰਿਤਸਰ ਆਣ ਕੇ ਕੁਛ ਬੋਲਦੇ ਆ, ਹੈ ਨਾ। ਕੁਛ ਇਸ ਤਰ੍ਹਾਂ ਵੀ ਉਹਨਾਂ ਦੀ ਜਿਹੜੀ ਬਿਆਨਬਾਜ਼ੀ ਆ ਉਹਨਾਂ 'ਚ ਵੀ ਫਰਕ ਦੇਖਣ ਨੂੰ ਆਪਾਂ ਨੂੰ ਮਿਲਿਆ। ਜਿਹੜਾ ਇਹ ਥੋੜੇ ਸਮਾਂ ਪਹਿਲਾਂ ਸੈਂਟਰਲ ਗਵਰਨਮੈਂਟ ਦੇ EMPLOYEES ਦਾ ਸਟੇਟਸ ਦੇ ਦਿੱਤਾ ਗਿਆ, ਜਿਹੜੇ ਹਰਿਆਣਾ ਔਰ ਪੰਜਾਬ ਦੇ ਸੇਵਾ ਨਿਯਮ ਜਿਹੜੇ ਆ ਉਹ ਕੇਂਦਰ ਵਾਲੇ ਲਾਗੂ ਹੋ ਗਏ, ਤੇ ਇਹਦੇ ਨਾਲ ਕੀ ਅਸਰ ਪੈਣਾ ਹੈ ਚੰਡੀਗੜ੍ਹ ਦਾ ਸਾਡਾ ਜੋ ਦਾਅਵਾ ਹੈ ਉਹਦੇ ਉੱਤੇ? ਉਹਦੇ ਨਾਲ ਦੇਖੋ ਉਹਦੇ ਨਾਲ ਤੇ ਇਹ ਆ ਵੀ ਮੁਲਾਜ਼ਮਾਂ ਨੂੰ ਪੁੱਛ ਲਓ ਕਿੱਧਰ ਜਾਣਾ, ਹੈ ਨਾ। ਸੋ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਸਾਰੇ ਮੁਲਾਜ਼ਮ ਤਾਂ ਖੁਸ਼ ਨਹੀਂ ਹੋਏ ਨਾ, ਤਾਂ ਉਹਦਾ ਵਿਰੋਧ ਵੀ ਹੋਇਆ। ਤੁਹਾਨੂੰ ਪਤਾ ਵੀ ਕੁਛ ਜਥੇਬੰਦੀਆਂ, ਜਿਹੜੀ ਸਭ ਤੋਂ ਵੱਡੀ ਮੁਲਾਜ਼ਮ ਜਥੇਬੰਦੀ ਆ ਚੰਡੀਗੜ੍ਹ ਦੀ, ਉਹਨੇ ਇਹਦਾ ਵਿਰੋਧ ਕੀਤਾ, ਕੇਂਦਰੀ ਸੇਵਾ ਨਿਯਮ ਜਿਹੜੇ ਆ ਲਾਗੂ ਕਰਨ ਦਾ, ਹੈ ਨਾ।
ਤੇ ਦੂਸਰੀ ਗੱਲ ਇਹ ਆ ਵੀ ਕੁਛ ਇੱਕ ਤੁਹਾਡੀ ਮੋਰੈਲਿਟੀ ਵੀ ਹੁੰਦੀ, ਨੈਤਿਕਤਾ ਵੀ ਹੁੰਦੀ ਹੈ ਨਾ, ਵੀ ਤੁਸੀਂ ਕਿੱਥੇ ਖੜੇ ਆ। ਤੁਸੀਂ ਜਿਹੜਾ ਦੇਖੋ ਇਹਨੂੰ ਨੈਤਿਕ ਪਤਨ ਆਪਾਂ ਕਹਾਂਗੇ ਜੇ ਤੁਸੀਂ ਤਰਫਦਾਰੀ ਕਰਦੇ ਵੀ ਆ ਕੇਂਦਰ ਦੀ, ਵੀ ਪੰਜਾਬ ਦੇ ਪਿੰਡ ਜਾੜ ਕੇ ਚੰਡੀਗੜ੍ਹ ਬਣਦਾ, ਪੰਜਾਬੀ ਬੋਲਦੇ ਇਲਾਕੇ ਸਾਰੇ ਹੈ ਨਾ, ਜਿਹੜਾ ਚੰਡੀਗੜ੍ਹ ਦਾ ਇਲਾਕਾ ਆ, ਤੇ ਪੁਆਧੀ ਸਾਰੇ ਉੱਥੇ ਬੋਲਦੇ ਆ ਹੈ ਨਾ, ਪੁਆਧ ਦਾ ਇਲਾਕਾ ਆਪਾਂ ਕਹਿ ਸਕਦੇ ਆ, ਤਾਂ ਬੜੀ ਮਿੱਠੀ ਪੰਜਾਬੀ ਆ ਉਹ ਪੁਆਧੀ। ਈਵਨ ਰਾਜੇ ਦੀ ਜਿਹੜੀ ਬੋਲੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹ ਵੀ ਪੁਆਧੀ ਆ ਹੈ ਨਾ। ਤੇ ਉਹ ਸਾਰਾ ਘੱਗਰ ਤੋਰਲਾ ਇਲਾਕਾ ਜਿਹੜਾ ਘਾੜ ਮਤਲਬ ਰੋਪੜ ਅਨੰਦਪੁਰ ਸਾਹਿਬ ਤੱਕ ਇਹ ਸਾਰਾ ਪੁਆਧ ਦਾ ਇਲਾਕਾ ਆ, ਜਿਹਦੇ ਵਿੱਚ ਮੋਰਿੰਡਾ ਬਾਗਾਂ ਵਾਲਾ ਵੀ ਜਿਹਨੂੰ ਆਪਾਂ ਕਹਿੰਦੇ ਆ, ਚਮਕੌਰ ਸਾਹਿਬ ਦਾ ਇਲਾਕਾ ਹੋ ਗਿਆ, ਰੋਪੜ ਹੋ ਗਿਆ, ਇਹ ਸਾਰਾ ਇਲਾਕਾ ਜਿਹੜਾ ਆ, ਡੇਰਾ ਬੱਸੀ ਦਾ ਇਲਾਕਾ ਲਾ ਲਓ, ਮੋਹਾਲੀ ਦਾ ਇਲਾਕਾ ਲਾ ਲਓ, ਇਹ ਸਾਰਾ ਪੁਆਧ ਘਾੜ ਦਾ ਇਲਾਕਾ ਬਿਲਕੁਲ ਸਹੀ ਹੈਗਾ। ਠੀਕ ਹੈ। ਸੋ ਉਹ ਮਤਲਬ ਇਸ ਇਲਾਕੇ ਦੇ ਵਿੱਚ ਚੰਡੀਗੜ੍ਹ ਬਣਦਾ ਹੈਗਾ, ਪੰਜਾਬ ਦੇ ਪਿੰਡ ਆ। ਠੀਕ ਹੈ। ਕਿੰਨੇ ਪਿੰਡ ਹਾਲੇ ਵੀ ਤੁਸੀਂ ਚੰਡੀਗੜ੍ਹ 'ਚ ਤੁਸੀਂ ਦੇਖੋ ਕੁਛ ਚੌਕਾਂ ਦੇ ਨਾਂ ਜਿਹੜੇ ਆ ਉਹ ਪਿੰਡਾਂ ਦੇ ਨਾਂ 'ਤੇ ਹੀ ਵੱਜਦੇ ਆ। ਪਿੰਡ ਉੱਥੇ ਹੁਣ ਨਹੀਂ ਰਹੇ, ਮਸਲਨ ਬਜਵਾੜਾ ਚੌਂਕ ਹੈ ਨਾ, ਜਿੱਥੇ ਅੱਜ ਇੱਕ ਬੰਨੇ ਕਿਸਾਨ ਭਵਨ ਆ 35 ਸੈਕਟਰ ਦੇ ਵਿੱਚ, ਉਹ ਬਜਵਾੜਾ ਚੌਂਕ ਹੀ ਵੱਜਦਾ ਅੱਜ ਵੀ ਹੈ ਨਾ। ਤੇ ਇਸ ਤਰ੍ਹਾਂ ਹੋਰ ਕਿੰਨੇ ਮਤਲਬ ਮੈਂ ਚੌਂਕ ਗਿਣਾ ਸਕਦਾ ਚੰਡੀਗੜ੍ਹ ਦੇ। ਸੋ ਉਹ ਲੋਕਾਂ ਦੀ ਜਿਹੜੀ ਮਾਨਸਿਕਤਾ ਆ ਜਾਂ ਜਜ਼ਬਾਤੀ ਤੌਰ 'ਤੇ ਇਸ ਤਰ੍ਹਾਂ ਉਸ ਇਲਾਕੇ ਦੇ ਨਾਲ ਲੋਕੀ ਜੁੜੇ ਹੋਏ ਆ ਹੈ ਨਾ। ਤੇ ਉਹਨੂੰ ਭਾਈ ਮਤਲਬ ਉਹਨੂੰ ਖੋ ਕੇ ਉੱਥੇ ਹੱਕ ਮਾਰਨੇ ਇੰਨੇ ਵਰ੍ਹਿਆਂ ਤੱਕ ਦੇਣਾ ਨਾ। 1966 ਦੇ ਵਿੱਚ ਜਿਹੜਾ ਪੁਨਰਗਠਨ ਐਕਟ ਆ ਉਹਦੇ ਤਹਿਤ ਪੰਜਾਬ ਤੋਂ ਨਿਖੇੜ ਕੇ ਹਰਿਆਣਾ ਹਿਮਾਚਲ ਬਣਦੇ ਨੇ ਹੈ ਨਾ। ਤੇ ਦੇਖਿਆ ਜਾਵੇ ਤਾਂ ਅੱਧਾ ਹਿਮਾਚਲ ਜਿਹੜਾ ਆ ਲਾਹੌਲ ਸਪੀਤੀ ਤੱਕ ਤਾਂ ਪੰਜਾਬੀ ਚੱਲਦੀ ਆ, ਹਰਿਆਣਾ ਅੱਧਾ ਪੰਜਾਬੀ ਬੋਲਦਾ, ਅੱਧਿਓਂ ਵੱਧ ਪੰਜਾਬੀ ਬੋਲਦਾ। ਬਾਕੀ ਐ ਆ ਭਈ ਸੰਜੀਵ ਜੀ ਸਰਕਾਰਾਂ ਸਿਆਸਤ ਕਰਦੀਆਂ ਆਈਆਂ ਤੇ ਗਾਂਹ ਵੀ ਹੋਣੇ ਆ। ਜੀ 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 ਚਲੋ ਆਪਾਂ ਹੁਣ ਆਪਣੇ ਪੰਜਾਬ ਵੱਲ ਖੇਤੀਬਾੜੀ ਵੱਲ ਆਉਂਦੇ ਆ ਜੀ, ਕਿ ਜੋ ਸਾਡੇ ਐਗਰੀਕਲਚਰ ਮਿਨਿਸਟਰ ਨੇ ਕੁਲਦੀਪ ਧਾਲੀਵਾਲ ਜੀ ਬਿਆਨ ਦਿੰਦੇ ਨੇ ਸੀਡ ਮਾਫੀਆ, ਬਿਲਕੁਲ ਜੋ ਬੀਜਾਂ ਦਾ ਮਾਫੀ, ਕਿਉਂਕਿ ਇੱਕ ਤਾਂ ਮਾਫੀਏ ਬਹੁਤ ਨੇ ਨਾ ਸਾਡੇ ਪੰਜਾਬ ਦੇ ਵਿੱਚ, ਭੂ ਮਾਫੀਆ ਪਤਾ ਨਹੀਂ ਕਿੰਨੇ ਕੁ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਕਈ ਵਾਰ ਤਾਂ ਲੱਗਦਾ ਜਿੰਨੀਆਂ ਮਿਨਿਸਟਰੀਆਂ ਨੇ ਉਨੇ ਹੀ ਮਾਫੀਆ ਨੇ। ਆ ਜਿਹੜਾ ਕਿਹੜਾ ਉਹਨੂੰ ਆਪਾਂ ਕਹਿੰਦੇ ਆ ਜਿਹੜਾ ਨਸ਼ਿਆਂ ਵਾਲਾ ਨਸ਼ਾ ਮਾਫੀਆ ਸਭ ਮਾਫੀਏ। ਤੇ ਹਾਂਜੀ ਉਹਨਾਂ ਦਾ ਬਿਆਨ ਤਾਂ ਆਇਆ। ਕੁਲਦੀਪ ਸਿੰਘ ਧਾਲੀਵਾਲ ਅਸਲ 'ਚ ਨਾ ਪੰਜਾਬ ਸਟੂਡੈਂਟ ਯੂਨੀਅਨ ਦੇ ਲੀਡਰ ਰਹੇ ਆ, ਖੱਬੇ ਪੱਖੀ ਧਿਰ 'ਚੋਂ ਆਏ ਆ ਹੈ ਨਾ। ਤੇ ਮਾਰਕਸਿਸਟ ਨੇ, ਪਹਿਲਾਂ ਵੀ ਖਾੜਕੂ ਰਹੇ ਆ ਹੈ ਨਾ। ਤੇ ਪਹਿਲਾਂ ਖੈਰ ਜਿਹੜਾ ਹੁਣ ਉਹਨਾਂ ਦਾ ਤਾਜ਼ਾ ਬਿਆਨ ਆ, ਪਹਿਲਾਂ ਤਾਂ ਜ਼ਮੀਨਾਂ ਜਿਹੜੀਆਂ ਉਹਨਾਂ ਤੋਂ ਕਬਜ਼ੇ ਛਡਾਉਣ ਨਾਲ ਵਾਹਵਾ ਚਮਕਿਆ ਹੈ ਨਾ, ਖੇਤੀਬਾੜੀ ਮੰਤਰੀ ਵੀ ਨੇ ਨਾਲ। ਹੁਣ ਕੀ ਆ ਭਈ ਆਪਾਂ ਸਾਰੇ ਜਾਣਦੇ ਆ ਭਈ ਨਰਮਾ ਪੱਟੀ ਜਿਹੜੀ ਆ ਹਾਂਜੀ ਮਾਲਵੇ ਦੀ, ਉਹਨੂੰ ਐਤਕੀ ਫੇਰ ਗੁਲਾਬੀ ਸੁੰਡੀ ਦਾ ਹਮਲਾ ਹੋਇਆ। ਗੁਲਾਬੀ ਸੁੰਡੀ ਜਿਹੜੀ ਆ ਫਸਲ ਨੂੰ ਤਬਾਹ ਕਰਕੇ ਰੱਖ ਦਿੰਦੀ ਆ ਬਿਲਕੁਲ। ਤੇ ਪਿਛਲੀ ਵਾਰੀ ਆਪਾਂ ਅਕਾਲੀਆਂ ਵੇਲੇ ਆਪਾਂ ਨੂੰ ਪਤਾ ਵੀ ਸਰਦਾਰ ਤੋਤਾ ਸਿੰਘ ਜਿਹੜੇ ਮਰਹੂਮ ਹੁਣ ਉਹਨਾਂ ਦੇ ਮਰਹੂਮ ਹੋ ਗਏ ਨੇ, ਮਰਹੂਮ ਅਕਾਲੀ ਆਗੂ ਤੋਤਾ ਸਿੰਘ, ਉਹਨਾਂ ਤੇ ਦੋਸ਼ ਲੱਗਦੇ ਰਹੇ ਆ ਭਈ ਅਫਸਰਸ਼ਾਹੀ ਨਾਲ ਮਿਲ ਕੇ ਇਹਨਾਂ ਨੇ ਜਿਹੜੇ ਨਕਲੀ ਕੀਟਨਾਸ਼ਕ ਜਿਹੜੇ ਆ ਉਹ ਮਾਰਕੀਟ ਦੇ ਵਿੱਚ ਉਤਾਰੇ ਬਹੁਤ ਰੌਲਾ ਰੱਪਾ ਪਿਆ ਹੈ ਨਾ। ਫਿਰ ਕਲੀਨ ਚਿੱਟਾਂ ਤਾਂ ਦੇ ਹੀ ਦਿੰਦੀ ਆ ਸਰਕਾਰ, ਆਪਣੇ ਬੰਦਿਆਂ ਨੂੰ ਮਾਫੀ ਕਰ ਦਿੰਦੀ ਹੁੰਦੀ ਆ ਹੈ ਨਾ। ਜਿੱਦਾਂ ਸਾਧੂ ਸਿੰਘ ਧਰਮਸੋਤ ਨੂੰ ਪਿਛਲੀ ਸਰਕਾਰ ਨੇ ਕਲੀਨ ਚਿੱਟ ਦਿੱਤੀ ਸੀ ਤੇ ਇਸ ਸਰਕਾਰ ਨੇ ਉਵੇਂ ਉਹਨਾਂ ਦਾ ਕੰਮ ਕਰ ਦਿੱਤਾ ਹੈ ਨਾ। ਫਿਰ ਕੀ ਹੁੰਦਾ ਵੀ ਉਸ ਤੋਂ ਇਲਾਵਾ ਜਿਹੜੇ ਕੀਟਨਾਸ਼ਕ ਨੇ, ਨਕਲੀ ਬੀਜ, ਨਕਲੀ ਕੀਟਨਾਸ਼ਕ ਹੈ ਨਾ, ਤੇ ਨਕਲੀ ਜਿਹੜੀਆਂ ਆਪਣੇ ਬੀਜ ਵੀ ਨਕਲੀ, ਸਪਰੇਆਂ ਵੀ ਨਕਲੀ, ਖਾਦਾਂ ਵੀ ਨਕਲੀ ਹੈ ਨਾ। ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਹੁਣ ਬੀਜ ਮਾਫੀਆ ਨਾ, ਨਕਲੀ ਬੀਜ ਮਾਫੀਏ ਦੇ ਦਿਨ ਹੁਣ ਪੁੱਗ ਗਏ ਆ। ਅੱਜ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਨਰਮਾ ਪੱਟੀ ਦਾ ਦੌਰਾ ਵੀ ਕਰ ਰਹੇ ਆ ਪੰਜਾਬ ਦਾ, ਔਰ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣਨਗੇ। ਦੇਖੋ ਆਪਾਂ ਜਿੱਦਾਂ ਜਲੰਧਰ ਦੇ ਵਿੱਚ ਹਾਂਜੀ ਹਰ ਆਲਟਰਨੇਟ ਜੀਅਰ 'ਤੇ ਨਾ ਆਲੂ ਸੜਕਾਂ 'ਤੇ ਰੁਲਦੇ ਆ। ਇੱਕ ਸਾਲ ਫਸਲ ਦਾ ਚੰਗਾ ਮੁੱਲ ਮਿਲਦਾ, ਦੂਸਰੇ ਸਾਲ ਥੱਲੇ ਆ ਜਾਂਦਾ। ਇੱਦਾਂ ਦੇ ਦਿਨ ਅਸੀਂ ਖੁਦ ਦੇਖੇ ਆ ਵੀ ਜਿਹੜਾ ਬਾਰਦਾਨਾ ਹੁੰਦਾ ਨਾ, ਉਹਦੇ ਪੈਸੇ ਕਿਸਾਨਾਂ ਨੂੰ ਨਹੀਂ ਮੁੜੇ।
ਬਾਰਦਾਨੇ ਦੇ ਵੀ, ਹਨਾ। ਬਿਲਕੁਲ ਸਹੀ ਗੱਲ ਹੈ। ਆਲੂ ਸੜਕਾਂ, ਮਤਲਬ ਸੜਕਾਂ ਤੇ ਕੀ ਖੇਤਾਂ 'ਚ ਪੈ ਰੁਲ ਗਏ, ਹਨਾ। ਐਕਚੁਅਲੀ ਨਾ ਟਰਾਲੀਆਂ ਭਰ ਕੇ ਇੱਥੇ ਰੋਸ ਵਜੋਂ ਜਲੰਧਰ ਦੀਆਂ ਸੜਕਾਂ ਤੇ ਬਹੁਤ ਜ਼ਿਆਦਾ ਹੋਇਆ। ਗੱਲ ਇਹ ਹੈ ਨਾ ਕਿ ਇੱਕ ਵਾਰੀ ਸਰਕਾਰ ਦੀ ਪਾਲਿਸੀ ਕੁਝ ਹੁੰਦੀ ਆ ਜੀ, ਫਲਾਣੀ, ਅਗਲੇ ਸਾਲ ਕੁਝ ਹੁੰਦੀ ਆ। ਪਿਛਲੇ ਵਾਰ ਦੀ ਪੈਦਾਵਾਰ ਦੇਖੀ, ਜਿਨ੍ਹਾਂ ਨੇ ਆਲੂ ਵੇਚੇ ਉਹਨਾਂ ਨੂੰ ਬਹੁਤ ਪ੍ਰੋਫਿਟ ਹੋਇਆ, ਸਭ ਨੇ ਆਲੂ ਬੀਜਤੇ ਜੀ। ਹੁਣ ਇਸ ਵਾਰ ਪਾਲਿਸੀ ਫੇਵਰੇਬਲ ਨਹੀਂ ਆਪਣੇ ਹੈ। ਇੱਥੇ ਮੁੱਖ ਤੌਰ ਤੇ ਆਪਾਂ ਫਸਲੀ ਆਪਣੇ ਕੋਲ ਕਣਕ ਆ, ਝੋਨਾ ਆ, ਆਲੂ ਆ, ਹਨਾ। ਤੇ ਦੂਸਰੀ ਗੱਲ ਇਹ ਆ ਵੀ ਜਿੱਦਾਂ ਸੰਜੀਵ ਜੀ ਇੱਥੇ ਆਪਣੇ ਆਲੂ ਖਿਲਾਰਦੇ ਆ, ਇਸੇ ਤਰ੍ਹਾਂ ਮਾਲਵੇ ਦੇ ਵਿੱਚ ਤੁਸੀਂ ਕਿਸਾਨ ਨਰਮਾ ਵਾਹੁੰਦੇ ਦੇਖੇ ਹੋਣਗੇ, ਹਨਾ। ਵੀ ਉਹ ਗੁਲਾਬੀ ਸੁੰਡੀ ਪੈ ਗਈ, ਕੋਈ ਹੋਰ ਚੀਜ਼ ਦਾ ਹਮਲਾ ਹੋ ਗਿਆ ਤੇ ਉਹ ਵਾਹੁਣ ਲਈ ਮਜਬੂਰ ਹੁੰਦੇ ਆ। ਗੱਲ ਤਾਂ ਇਹ ਹੈ ਕਿ ਐਗਰੀਕਲਚਰ ਸੈਕਟਰ ਨੂੰ ਵੀ ਕੰਟਰੋਲ ਕਰਨਾ ਹੈ, ਜਿਸ ਤਰ੍ਹਾਂ ਕੰਟਰੋਲ ਕੀਤਾ ਹੋਇਆ ਇੰਡਸਟਰੀ ਨੂੰ, ਜਿੱਦਾਂ ਕੰਟਰੋਲ ਕੀਤਾ ਹੋਇਆ ਬਿਜ਼ਨਸ ਨੂੰ। ਐਗਰੀਕਲਚਰ ਸੈਕਟਰ ਨੂੰ ਵੀ ਬਿਜ਼ਨਸ ਓਰੀਐਂਟਡ ਬਣਾਉਣਾ ਹੈ, ਔਰ ਉਹਦੇ ਵਿੱਚ ਵੀ ਉਹੀ ਜਿਹੜੇ ਧਨਾਢ ਕਿਸਾਨ ਆਉਣਗੇ, ਉਹੀ ਜਿਹੜੇ ਵੱਡੇ ਕਿਸਾਨ ਆਉਣਗੇ। ਜਦੋਂ ਅਸੀਂ ਲੈ ਕੇ ਆਏ ਨਾ ਗ੍ਰੀਨ ਰੈਵੋਲੂਸ਼ਨ, ਜਦੋਂ ਅਸੀਂ ਇਹ ਸਾਰੀ ਕੈਮੀਕਲ ਦੇ ਉੱਤੇ ਆਧਾਰਿਤ ਖੇਤੀਬਾੜੀ ਲੈ ਕੇ ਆਏ ਹਾਂ, ਉਦੋਂ ਵੀ ਧਨਾਢ ਕਿਸਾਨਾਂ ਨੇ ਹੀ ਇਸ ਚੀਜ਼ ਨੂੰ ਲੈ ਕੇ ਅੱਗੇ ਕੰਮ ਵਧਾਇਆ ਹੈ। ਉਹਨਾਂ ਨੂੰ ਮਤਲਬ ਵਿਦੇਸ਼ਾਂ ਵਿੱਚੋਂ ਜਿਹੜੀਆਂ ਵਿਦੇਸ਼ੀ ਕੰਪਨੀਆਂ ਸੀ, ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀਆਂ ਵੇਲੀਆਂ ਹੋ ਗਈਆਂ, ਉਹਨਾਂ ਨੂੰ ਅੱਗੇ ਕੰਮ ਦੇਣਾ ਸੀ ਤਾਂ ਫਰਟੀਲਾਈਜ਼ਰ ਬਣਾਉਣ ਦਾ ਕੰਮ ਦਿੱਤਾ ਗਿਆ, ਉਹਨਾਂ ਦੀ ਇੰਪਲੋਇਮੈਂਟ ਜਨਰੇਟ ਕੀਤੀ ਗਈ। ਹੁਣ ਇੰਪਲੋਇਮੈਂਟ ਜਨਰੇਟ ਤੇ ਕਰ ਦਿੱਤੀ, ਪ੍ਰੋਡਕਟ ਬਣਾਉਣ ਵਾਸਤੇ ਵੀ ਦੇਤੀ, ਉਹਦੇ ਵਾਸਤੇ ਮਾਰਕੀਟ ਵੀ ਤਾਂ ਚਾਹੀਦੀ ਹੈ। ਹੁਣ ਮਾਰਕੀਟ ਇੰਡੀਆ ਨੂੰ ਲੱਭਿਆ ਗਿਆ। ਹੁਣ ਇਸ ਕਰਕੇ ਕਈ ਜਿਹੜੇ ਖੇਤੀਬਾੜੀ ਮਾਹਿਰ ਨੇ ਉਹ ਇਸ ਨੂੰ ਵੀ ਇੱਕ ਬਲੰਡਰ ਮੰਨਦੇ ਨੇ, ਜਿਹੜਾ ਅਸੀਂ ਬੜੇ ਪ੍ਰਾਊਡਲੀ ਕਹਿੰਦੇ ਆ ਕਿ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਆਈ, ਉਹ ਬਲੰਡਰ ਮੰਨਦੇ ਨੇ ਕਿ ਸਾਰੀ ਧਰਤੀ ਦੀ ਉਪਜਾਊ ਸ਼ਕਤੀ ਤੁਸੀਂ ਖਤਮ ਕਰਕੇ ਰੱਖ ਦਿੱਤੀ ਹੈ, ਇੰਨਾ ਤੁਸੀਂ ਕੈਮੀਕਲ ਪਾ ਕੇ ਰੱਖ ਦਿੱਤਾ ਹੈ। ਦੂਜੀ ਗੱਲ, ਹਾਈਬ੍ਰਿਡ ਜਿਹੜੇ ਇਦਾਂ ਦੇ ਬੀਜ ਸਾਇੰਟਿਸਟ ਡਿਵੈਲਪ ਕਰਦੇ ਨੇ ਲੈਬੋਰਟਰੀ ਦੇ ਵਿੱਚ, ਉਹਦੇ ਉੱਤੇ ਕੁਐਸਚਨ ਮਾਰਕਸ ਆਉਂਦੇ ਨੇ। ਉਹਦੇ ਉੱਤੇ ਕਈ ਕਹਿੰਦੇ ਨੇ ਕਨਸਪੀਰੇਸੀ ਥਿਊਰੀਜ਼ ਇੱਥੋਂ ਤੱਕ ਵੀ ਆਉਂਦੀਆਂ ਨੇ ਕਿ ਇਹ ਵਰਲਡ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨ ਵਾਸਤੇ ਬੀਜਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਜਾਂਦਾ ਹੈ ਕਿ ਇਸਤਰੀ ਪੁਰਸ਼ ਬੱਚਾ ਪੈਦਾ ਕਰਨ ਦੇ ਕਾਬਿਲ ਨਾ ਰਹਿ ਜਾਣ, ਨਪੁੰਸਕ ਹੋ ਜਾਣ, ਫਰਟਾਈਲ ਨਾ ਰਹਿ ਜਾਣ, ਜਿਹੜੀ ਆ ਉਹ ਖਤਮ ਹੋ ਰਹੀ ਆ। ਇਸ ਤਰ੍ਹਾਂ ਉਹ ਵਰਲਡ ਦੀ ਪਾਪੂਲੇਸ਼ਨ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ, ਇਹ ਵੀ ਕਿਹਾ ਜਾਂਦਾ ਹੈ। ਸੋ ਇਹ ਗੱਲਾਂ ਤੇ ਬਹੁਤ ਆ ਰਹੀਆਂ ਨੇ। ਹਾਲਾਂਕਿ ਸਾਰਾ ਇਨਪੁਟ ਜਿਹੜਾ ਹੈ ਕਾਰਪੋਰੇਟ ਸੈਕਟਰ ਦਾ। ਕੈਮੀਕਲ ਕੌਣ ਬਣਾਉਂਦਾ ਹੈ? ਕਾਰਪੋਰੇਟ ਸੈਕਟਰ। ਖਾਦਾਂ, ਬੀਜ ਸਭ ਉਹਨਾਂ ਵੱਲੋਂ। ਜਿਹੜੀ ਸਪਰੇਆਂ, ਪੈਸਟੀਸਾਈਡਸ, ਮਸ਼ੀਨਰੀ ਸਾਰਾ ਕੁਝ ਕਾਰਪੋਰੇਟ ਸੈਕਟਰ ਤੋਂ ਆਉਂਦਾ। ਕਾਰਪੋਰੇਟ ਸੈਕਟਰ। ਹੁਣ ਇਨਪੁਟ ਸਾਰੀ ਉਹਨਾਂ ਦੀ ਹੋ ਗਈ ਤੇ ਆਊਟਪੁੱਟ ਵੀ ਉਹ ਕਬਜ਼ਾ ਕਰਨਾ ਚਾਹੁੰਦੇ ਨੇ। ਬਿਲਕੁਲ ਠੀਕ ਹੈ ਨਾ। ਹੁਣ ਅਸੀਂ ਇਹ ਵੀ ਦੇਖਿਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿੱਥੇ ਇੰਨਾ ਵਿਰੋਧ ਹੋਇਆ, ਉਸ ਤੋਂ ਬਾਅਦ ਹੁਣ ਜਾ ਕੇ ਫਿਰ ਉਹਨਾਂ ਹੀ ਕਾਰਪੋਰੇਟਸ ਨੂੰ ਜਾ ਕੇ ਪੰਜਾਬ ਦੇ ਕਿਸਾਨ ਆਪਣੀ ਕਣਕ ਦੇ ਕੇ ਆ ਗਏ ਨੇ। ਬਿਲਕੁਲ ਹੋਰ ਕੋਈ ਚਾਰਾ ਨਹੀਂ ਹੈ। ਦੂਸਰੀ ਗੱਲ ਇਹ ਆ ਵੀ ਦੇਖੋ, ਆਪਾਂ ਸੰਜੀਵ ਜੀ ਐਗਰੀਰੀਅਨ ਸਟੇਟ ਆ, ਖੇਤੀਬਾੜੀ ਪ੍ਰਧਾਨ ਦੇਸ਼ ਵੀ ਆ ਤੇ ਸੂਬਾ ਵੀ, ਹੈ ਨਾ। ਹਾਂਜੀ। ਤੇ ਸਰਕਾਰਾਂ ਨੂੰ ਜਿੱਦਾਂ ਵਿਦੇਸ਼ਾਂ ਦੇ ਵਿੱਚ ਆ, ਜਾਪਾਨ ਦੇ ਵਿੱਚ 5 ਏਕੜ ਦੀ ਮਾਲਕੀ ਹੁੰਦੀ ਇੱਕ ਜ਼ਿਮੀਂਦਾਰ ਦੀ, ਪਰ ਉਹਨੂੰ ਸਰਕਾਰ ਸਹੂਲਤਾਂ ਦਿੰਦੀ ਆ ਤੇ ਨਾਲ ਦੀ ਨਾਲ ਉਹਦੇ ਲਈ ਲਾਜ਼ਮੀ ਹੁੰਦਾ ਵੀ ਖੇਤਾਂ ਦੇ ਵਿੱਚ ਹੀ ਘਰ ਬਣਾ ਕੇ ਰਹੇ, ਹੈ ਨਾ। ਇਸੇ ਤਰ੍ਹਾਂ ਯੂਰਪ ਦੇ ਵਿੱਚ, ਕੈਨੇਡਾ, ਅਮਰੀਕਾ ਦੇ ਵਿੱਚ ਹਾਲਾਂਕਿ ਕਿਸਾਨ ਅੰਦੋਲਨ ਵੀ ਕਰਦੇ ਆ ਜਦੋਂ ਕਿਤੇ ਉਹਨਾਂ ਦੇ ਖਿਲਾਫ ਕੋਈ ਗੱਲ ਜਾਂਦੀ ਆ, ਪਰ ਫਿਰ ਵੀ ਸਰਕਾਰਾਂ ਉਹਨਾਂ ਦੀ ਮਦਦ ਕਰਦੀਆਂ ਨੇ। ਤੇ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਤੁਸੀਂ ਜਿਹੜਾ ਸਰਕਾਰਾਂ ਦਾ ਹਾਲ ਦੇਖਦੇ ਆ ਆਪਾਂ, ਸੂਬਾਈ ਸਰਕਾਰਾਂ ਵੀ ਤੇ ਕੇਂਦਰ ਸਰਕਾਰ ਵੀ, ਪਈ ਕਿਤੇ ਹੋਇਆ ਜੀ ਫਸਲ ਦਾ ਨੁਕਸਾਨ, ਉਹ ਜਿੰਨਾ ਕੁ ਮੁਆਵਜ਼ਾ ਮਿਲਦਾ ਉਹਦੇ ਨਾਲ ਭਰਪਾਈ ਥੋੜ੍ਹਾ ਹੁੰਦੀ ਉਹਨਾਂ ਦੇ ਨੁਕਸਾਨ ਦੀ। ਤਾਂ ਦੂਸਰਾ ਇਹ ਆ ਬਈ ਆਪਣੇ ਸਰਕਾਰਾਂ ਨੂੰ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਆ। ਕੋਈ ਇੰਡਸਟਰੀ ਬੇਸਡ, ਜਿਹੜੀ ਐਗਰੋ ਬੇਸਡ ਇੰਡਸਟਰੀ ਲੱਗੇ ਕੋਈ ਦੇਸ਼ ਵਿਦੇਸ਼ ਦੇ ਵਿੱਚ, ਵੀ ਇਕੱਲਾ ਮਾਰਕਫੈਡ ਜਿਹੜਾ ਆ ਉਹੀ ਸਾਰਾ ਕੁਛ ਨਹੀਂ ਨਾ, ਬਾਕੀ ਕਿਸਾਨ ਜਿਹੜੇ ਆ ਕਿਤੇ ਜਾਣ ਨਾ। ਤੇ ਉਹ ਮਤਲਬ ਕਿਸਾਨਾਂ ਨੂੰ ਆਪਣੀ ਜਿਣਸ ਦੂਰ ਪਾਰ ਵੇਚਣ ਦੀ, ਦੂਸਰੇ ਦੇਸ਼ਾਂ 'ਚ ਵੇਚਣ ਦੀ, ਆਪਣੇ ਗੁਆਂਢ ਦੇ ਵਿੱਚ ਹੀ ਇੰਨੀ ਮਾਰਕੀਟ ਪਈ ਆ, ਪਾਕਿਸਤਾਨ, ਅਫਗਾਨਿਸਤਾਨ ਦੇ ਵਿੱਚ, ਹੈ ਨਾ। ਤੇ ਉਹ ਮਾਰਕੀਟਿੰਗ ਦੀ ਖੁੱਲ੍ਹ ਹੋਵੇ। ਜਦੋਂ ਪੈਦਾਵਾਰ ਹੈਗੀ ਆ, ਮਾਰਕੀਟਿੰਗ ਜਿਹੜੀ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਦੂਸਰਾ ਇਹ ਆ ਭਈ ਪਹਿਲਾਂ ਤੋਂ ਸਾਡੇ ਆਰਥਿਕ ਮਾਹਰ, ਖੇਤੀਬਾੜੀ ਦੇ ਮਾਹਰ ਜਿਹੜੇ ਆ ਵਿਗਿਆਨੀ, ਇਹ ਰੌਲਾ ਪਾਉਂਦੇ ਆਏ ਆ ਭਈ ਜਿਹੜੀਆਂ ਜਿਣਸਾਂ ਦੇ ਭਾਅ ਨੇ ਉਹਨਾਂ ਨੂੰ ਕੀਮਤ ਸੂਚਕ ਅੰਕ ਦੇ ਨਾਲ ਜੋੜੋ। ਮਤਲਬ ਇਹ ਪੰਜੀ ਦੀ ਬ੍ਰੈਡ ਤਾਂ ਹੁਣ 5 ਰੁਪਏ ਦੀ ਛੱਡ ਕੇ 10 ਰੁਪਈਆਂ ਦੀ ਹੋ ਗਈ। ਜਿਹੜੇ ਖੇਤੀਬਾੜੀ ਚੋਂ ਆਪਾਂ ਜਿਣਸਾਂ ਪ੍ਰਾਪਤ ਕਰਦੇ ਆ ਖਾਣ ਪੀਣ ਦੀਆਂ, ਉਹਨਾਂ ਦੇ ਭਾਅ ਜਿਹੜੇ ਆ ਜਾਂ ਖੇਤੀਬਾੜੀ ਤੇ ਲਾਗਤ ਜਿਹੜੀ ਆ ਉਹ ਦੇਖੋ ਪਿਛਲੇ ਸਾਲਾਂ 'ਚ ਕਿੰਨੀ ਵਧੀਆ, ਤੇ ਜਿਹੜੀ ਉਹ ਭਾਅ ਆ ਉਹ ਕੋਈ ਹਿਸਾਬ ਕਿਤਾਬ ਹੀ ਨਹੀਂ। ਕਾਸਟ ਆਫ ਪ੍ਰੋਡਕਸ਼ਨ ਵੱਧ ਗਈ ਆ, ਔਰ ਪਬਲਿਕ ਆਪਣੀ ਥਾਂ ਦੇ ਉੱਤੇ ਗੱਲ ਕਰੀ ਜਾਂਦੀ ਹੈ, ਔਰ ਸਰਕਾਰ ਤੇ ਪਬਲਿਕ ਦੇ ਵਿੱਚ ਹਮੇਸ਼ਾ ਖਿੱਚਾਤਾਣੀ ਬਣੀ ਰਹਿੰਦੀ ਹੈ।
ਔਰ ਜਿਵੇਂ ਸਰਕਾਰ ਨਾ ਇਦਾਂ ਲੱਗਦਾ ਕਿ ਜਿਵੇਂ ਕਹਿੰਦੀ ਹੋਵੇ ਕਿ ਅਸੀਂ ਤਾਂ ਇਦਾਂ ਹੀ ਕਰਾਂਗੇ, ਜਾਓ ਜੋ ਕਰਨਾ ਕਰ ਲਓ। ਬਿਲਕੁਲ। ਔਰ ਕਈ ਪਬਲਿਕ ਨੇ ਕੀ ਕਰ ਲੈਣਾ? ਜਿਹੜੇ ਦੇਖੋ ਕਈ ਲੋਕ ਵੀ ਸੰਜੀਵ ਜਿਹੜੇ ਖੇਤੀਬਾੜੀ ਨੂੰ ਨਹੀਂ ਸਮਝਦੇ ਜਾਂ ਜਿਨ੍ਹਾਂ ਦਾ ਖੇਤੀ ਨਾਲ ਵਾਹ ਨਹੀਂ ਹੈ ਨਾ, ਉਹ ਰੌਲਾ ਪਾਉਂਦੇ ਆ ਵੀ ਦੇਖੋ ਜੀ ਕਣਕ ਦਾ ਭਾਅ ਇੰਨਾ ਕੁ ਵੱਧ ਗਿਆ, ਜੇ ਥੋੜ੍ਹਾ ਵੀ ਵਾਧਾ ਹੈਗਾ, ਜਾਂ ਤੇਲ ਦਾ ਭਾਅ ਇੰਨਾ ਹੋ ਗਿਆ, ਸਰੋਂ ਦੇ ਤੇਲ ਦਾ, ਦਾਲਾਂ ਦਾ ਭਾਅ ਵੱਧ ਗਿਆ ਹੈਗਾ ਹੈ ਨਾ। ਤਾਂ ਉਹ ਲਾਗਤ, ਉਹਨਾਂ ਨੂੰ ਲਾਗਤ ਬਾਰੇ ਕੋਈ ਸਮਝ ਨਹੀਂ ਹੈਗੀ ਹੈ ਨਾ। ਟੈਲੀਵਿਜ਼ਨ ਦੀ ਕੀਮਤ ਵੱਧ ਜਾਂਦੀ, ਉਹ ਦੇ ਦੇਣੀ ਉਹਨਾਂ ਨੇ, ਮੋਟਰਸਾਈਕਲ ਦੀ ਵੱਧ ਗਈ, ਉਹ ਦੇ ਦੇਣੀ, ਕਾਰ ਦੀ ਵੱਧ ਗਈ, ਦੇ ਦੇਣੀ ਹੈ ਨਾ। ਅਤੇ ਜਿਹਦੇ ਨਾਲ ਜਿਹੜੇ ਅੰਨ ਨੂੰ ਖਾ ਕੇ ਜੀਵਨ ਤੁਰਦਾ ਹੈਗਾ ਹੈ ਨਾ, ਉਹਦੇ ਜੇ ਭਾਅ ਵੱਧਦੇ ਆ, ਉਹਦੇ ਪਿੱਛੇ ਦੀ ਮਸ਼ੱਕਤ ਦੇਖੋ ਤੁਸੀਂ, ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਜਾ ਕੇ ਜ਼ਿਮੀਂਦਾਰਾਂ ਨੂੰ ਜਾਂ ਖੇਤ ਮਜ਼ਦੂਰਾਂ ਨੂੰ। ਇੱਕ ਪੁਆਇੰਟ ਆ ਉਹਦਾ, ਜੇ ਤੁਸੀਂ ਜਵਾਬ ਦੇ ਸਕੋ ਆਪਣੇ ਅਨੁਭਵ ਦੇ ਆਧਾਰ ਦੇ ਉੱਤੇ। ਆਪਾਂ ਦੇਖਦੇ ਹਾਂ ਕਿ ਸੜਕ ਦੇ ਕੰਢੇ ਤੇ ਇੱਕ ਬੰਦਾ ਬੈਠਾ ਜੁੱਤੀਆਂ ਗੰਢਦਾ ਪਿਆ ਜੀ, ਜੁੱਤੀ ਪਾਲਿਸ਼ ਕਰਦਾ ਜੀ। ਉਹਨੇ ਵੀ ਰੇਟ ਤੈਅ ਕਰਨਾ ਹੈ ਕਿ ਮੈਂ ਬੂਟ ਪਾਲਿਸ਼ ਕਰਨ ਦੇ ਇੰਨੇ ਪੈਸੇ ਲਵਾਂਗਾ, ਜੁੱਤੀ ਗੰਢਣ ਦੇ ਇੰਨੇ ਪੈਸੇ ਲਵਾਂਗਾ, ਜੋ ਵੀ ਮੈਂ ਸੇਵਾ ਦਊਂਗਾ ਉਹਦੇ ਇੰਨੇ ਪੈਸੇ ਲਵਾਂਗਾ। ਹਰ ਬਿਜ਼ਨਸ ਦੇ ਵਿੱਚ ਤੁਸੀਂ ਰੇਟ ਆਪ ਤੈਅ ਕਰਦੇ ਹੋ। ਬਿਲਕੁਲ। ਪਰ ਕਿਸਾਨ ਨੂੰ ਆਪਣੀ ਫਸਲ ਦੀ ਕੀਮਤ, ਆਪਣਾ ਰੇਟ ਤੈਅ ਕਰਨ ਦੀ ਇਜਾਜ਼ਤ ਨਹੀਂ, ਉਹ ਦੂਜੇ ਤੈਅ ਕਰਦੇ ਨੇ। ਇਹ ਕੀ ਚੱਕਰ ਹੈ ਕਿ ਜੇ ਕਿਸਾਨ MSP ਲਈ ਹੁਣ ਤੱਕ ਧਰਨੇ ਮਜ਼ਾਰੇ, ਦਿੱਲੀ 'ਚ ਇੱਕ MSP ਦਾ ਵੀ ਸੀਗਾ ਵੀ ਮਿਨੀਮਮ ਸਪੋਰਟ ਪ੍ਰਾਈਸ ਹੋ ਗਈ ਆ। ਮੇਰਾ ਪੁਆਇੰਟ ਇਹ ਹੈ ਕਿ ਕਿਸਾਨ ਨੂੰ ਹਮੇਸ਼ਾ ਤਰਲੇ ਕੱਢਣੇ ਪੈਂਦੇ ਨੇ, ਮੂੰਹ ਤੱਕਣਾ ਪੈਂਦਾ ਦੂਜਿਆਂ ਦਾ। ਜੇ ਕਿਸਾਨ ਨੂੰ ਹੱਕ ਦੇ ਦਿੱਤਾ ਜਾਵੇ ਕਿ ਤੂੰ ਆਪਣੀ ਫਸਲ ਦੀ ਕੀਮਤ ਆਪ ਤੈਅ ਕਰ, ਉਹਦੇ ਨਾਲ ਕੀ ਘਾਟਾ ਪੈ ਜਾਊਗਾ ਗਵਰਨਮੈਂਟ ਨੂੰ? ਬਸ ਇਹੀ ਤਾਂ ਇਹ ਕੀ ਗੇਮ ਕੀ ਹੈ, ਇਹ ਕੀ ਸਿਆਸਤ? ਸਰਕਾਰਾਂ ਦੀ ਬਸ ਇਹੀ ਗੇਮ ਆ ਪਈ, ਬਸ ਜੀ ਇੰਨਾ ਕਣਕ ਦਾ ਮੁੱਲ ਮਿਲ ਦਿੱਤਾ। ਸਰਕਾਰਾਂ ਕਦੀ ਲਾਗਤ ਮੁੱਲ ਕਦੀ ਕੈਲਕੂਲੇਟ ਕਰਦੀਆਂ ਵੀ ਹੁਣ ਖਾਦਾਂ, ਬੀਜ, ਉਹ ਤਾਂ ਹੈ, ਸਪਰੇਆਂ ਕਿੰਨੇ ਮਹਿੰਗੇ ਨੇ, ਉਹ ਸਾਰੇ ਜਾਣਦੇ ਆ। ਇਹ ਖੇਡ ਕੀ ਹੈ? ਇਹ ਕਿਉਂ ਨਹੀਂ ਤੈਅ ਕਰਨ ਦਿੰਦੇ ਕਿ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ? ਇਹ ਕੀ ਖੇਡ ਕੀ ਹੈ ਜਿਹੜੀ ਚੱਲ ਰਹੀ ਹੈ? ਉਸੇ ਹੀ ਮਤਲਬ ਤੁਸੀਂ ਦੇਖੋ ਵੀ ਕਣਕ ਜਿਹੜੀ ਆ ਉਹਦਾ ਆਟਾ ਪੀ ਕੇ ਥੈਲੀਆਂ 'ਚ ਬੰਦ ਹੋ ਕੇ ਜਦੋਂ ਸਾਡੇ ਕੋਲ ਆਉਂਦਾ, ਖਰੀਦੀ ਕਿੰਨੇ ਦੀ ਜਾਂਦੀ ਆ, ਅਤੇ ਉਹ ਲਾਗਤ ਵੀ ਤੁਸੀਂ ਲਾ ਲਓ ਆਟਾ ਪੀਣ ਦੀ, ਪੈਕਿੰਗ ਵੀ ਲਾ ਲਓ, ਉਹ ਦੁੱਗਣੇ ਮੁੱਲ 'ਤੇ ਘਰਾਂ 'ਚ ਆਉਂਦਾ ਹੈਗਾ। ਦੋ ਛੱਲੀਆਂ ਮੈਂ ਦੇਖੀਆਂ ਮਾਲ ਦੇ ਵਿੱਚ, ਪੈਕ ਨੇ, ਬੜੀ ਸੋਹਣੀ ਸਟਿੱਕਰ ਵਗੈਰਾ ਲੱਗੇ ਹੋਏ ਆ, ਇਹ ਰੈਡੀ ਟੂ ਈਟ। ਓਕੇ ਸੀ, ਓਕੇ। ਮੈਂ ਕਿਹਾ ਠੀਕ ਹੈ, ਕਿੰਨੇ ਦੀ ਹੈ? ਇਹ 83 ਰੁਪਏ ਦੀਆਂ ਜੀ। ਦੋ ਛੱਲੀਆਂ 83 ਰੁਪਏ ਦੀਆਂ। ਕਿਸਾਨ 83 ਰੁਪਏ ਦੀਆਂ ਦੋ ਛੱਲੀਆਂ ਵੇਚਦਾ, ਉਹ ਤਾਂ 20 ਰੁਪਏ ਕਿਲੋ ਵੇਚਦਾ। ਮਤਲਬ 20 ਰੁਪਏ ਕਿਲੋ ਵੀ ਮੰਡੀ ਦਾ ਰੇਟ, ਜਿਹੜਾ ਉਹ ਆਪ ਵੇਚਦਾ ਸ਼ਾਇਦ ਉਹ 5-7 4 ਕਿਲੋ ਆਟਾ ਆ ਜਾਂਦਾ ਮੱਕੀ ਦਾ 80 ਰੁਪਈਆਂ ਦਾ। ਦੱਸੋ, ਦੋ ਛੱਲੀਆਂ। ਹੁਣ ਇਹ ਹੈ ਕਾਰਪੋਰੇਟ ਸੈਕਟਰ ਦੀ ਗੇਮ ਜੀ। ਇਸ ਕਰਕੇ ਕਿਸਾਨ ਨੂੰ ਇਜਾਜ਼ਤ ਨਹੀਂ ਹੈ ਕਿ ਤੂੰ ਆਪਣੀ ਫਸਲ ਦੀ ਕੀਮਤ ਆਪ ਤੈਅ ਕਰ, ਤੇਰੀ ਚੀਜ਼ ਦੀ ਕੀਮਤ ਅਸੀਂ ਤੈਅ ਕਰਾਂਗੇ, ਅਸੀਂ ਆਪਣੀ ਮਨਮਰਜ਼ੀ ਦੇ ਰੇਟ ਤੇ ਖਰੀਦ ਕੇ ਫਿਰ ਆਪਣੀ ਮਰਜ਼ੀ ਦੇ ਰੇਟ ਦੇ ਉੱਤੇ ਮਾਰਕੀਟ 'ਚ ਉਤਾਰਾਂਗੇ। ਤੁਸੀਂ ਦੇਖ ਲਓ ਪੌਪਕਾਰਨ ਹੀ ਛੱਲੀਆਂ ਤੋਂ ਬਣਾ ਕੇ 5 ਰੁਪਏ ਦੇ ਪੌਪਕਾਰਨ, 100 ਰੁਪਏ ਦੇ 100 ਦੇ ਵੇਚ ਰਹੇ ਆ ਸਿਨੇਮਾ ਹਾਲ ਦੇ ਵਿੱਚ। ਸਿਨੇਮਾ ਹਾਲ 'ਚ ਖਾਸ ਕਰਕੇ ਤੁਸੀਂ ਉਹ ਗੱਤੇ ਦਾ ਪੈਕੇਟ ਜਿਹਾ ਲਗਾ ਕੇ ਪੌਪਕਾਰਨਸ, ਅਸੀਂ ਕਹਿੰਦੇ ਆ ਫੁੱਲੇ, ਮੱਕੀ ਦੇ ਭੁੰਨੇ ਦਾਣੇ। ਬਿਲਕੁਲ ਖਿੱਲਾਂ ਕਹਿੰਦੇ ਆ ਖਿੱਲਾਂ। ਹਾਂ, ਸੋ ਦਿਸ ਇਜ਼ ਆਲ ਅ ਗੇਮ ਆਫ ਦਾ ਕਾਰਪੋਰੇਟ ਸੈਕਟਰ। ਸਰਕਾਰਾਂ ਜਿਹੜੀਆਂ ਹਾਕਮ ਨਾਲ ਰਲੇ ਹੁੰਦੇ ਆ, ਠੀਕ ਆ, ਮੁਨਾਫਾ ਦੇਖਦੇ ਆ। ਕਈ ਇਹ ਵੱਡੀਆਂ ਗੇਮਸ ਆ, ਇਹ ਆਮ ਲੋਕਾਂ ਦੇ ਸੋਝੀ ਤੋਂ ਪਰੇ ਦੀਆਂ ਗੱਲਾਂ ਹੈਗੀਆਂ, ਸਮਝ 'ਚ ਪੈਣ ਵਾਲੀਆਂ ਗੱਲਾਂ ਨਹੀਂ। ਮਤਲਬ ਇਹ ਹੈ ਕਿ ਇਹ ਬਹੁਤ ਵੱਡਾ ਲਾਲਚ ਹੈ, ਬਿਲਕੁਲ, ਜਿਹਨੂੰ ਲੀਗਲਾਈਜ਼ ਤਰੀਕੇ ਨਾਲ ਖੇਡਿਆ ਜਾਂਦਾ ਹੈ, ਔਰ ਇਸੇ ਖੇਡ ਨੂੰ ਸਿਆਸਤ ਕਹਿੰਦੇ ਆ ਆਪਾਂ। ਇਕੋਨਮੀ ਦੇ ਵਿੱਚ ਵੀ ਇਹੀ ਚੀਜ਼ਾਂ ਚੱਲਦੀਆਂ ਨੇ। ਇਟ ਇਜ਼ ਆਲਵੇਜ਼ ਅ ਫਰਾਡ ਵਿਦ ਦੀ ਸਿਟੀਜ਼ਨਸ। ਕਦੇ ਵੀ ਸਹੀ ਇਕੋਨਮੀ, ਸਹੀ ਇਕਨੋਮਿਕਸ, ਸਹੀ ਬਜਟ, ਸਹੀ ਖਰਚੇ, ਸਹੀ ਇਨਕਮ, ਇਹ ਸਭ ਕੁਝ ਸਹੀ ਲੋਕਾਂ ਦੇ ਸਾਹਮਣੇ ਨਹੀਂ ਆਉਂਦਾ। ਇਹ ਸਹੀ ਕੁਝ ਹੋਰ ਹੁੰਦਾ ਹੈ, ਆંકੜੇ ਕੁਝ ਹੋਰ ਹੁੰਦੇ ਨੇ, ਲੋਕਾਂ ਕੋਲ ਕੁਝ ਪੇਸ਼ ਕੀਤੀਆਂ ਜਾਂਦੀਆਂ ਹੈਗੀਆਂ ਹਨ। ਬਿਲਕੁਲ ਸਹੀ ਗੱਲ ਹੈ। ਤੇ ਉਹ ਜਿਹੜਾ ਮੁਨਾਫਾਖੋਰੀ ਜਿਹੜੇ ਆ ਉਹ ਸਾਰਾ ਲੁੱਟ ਕੇ ਲੈ ਜਾਂਦੇ ਆ ਮੇਰੀ ਜਾਚੇ। ਔਰ ਅਸੀਂ ਡਿਸਕਸ਼ਨਸ ਕਰਦੇ ਰਹਿੰਦੇ ਆ ਕਿ ਇਹਦੇ ਵਿੱਚ ਆ ਹੈ, ਇਹਦੇ ਵਿੱਚ ਆ ਹੈ। ਖੈਰ, ਆਪਾਂ ਆਪਣਾ ਕੰਮ ਕਰ ਰਹੇ ਹਾਂ, ਅੱਗੇ ਵਧੀਏ। ਕਲੈਕਟੋਰੇਟ ਦੇ ਰੇਟ, ਹਾਂਜੀ, ਕਿਉਂਕਿ ਹੁਣ 30 ਤੋਂ 40% ਵਧਾ ਦਿੱਤੇ ਗਏ ਨੇ। ਹੁਣ ਆਮ ਲੋਕਾਂ ਦੇ ਵੱਸ ਦੀ ਗੱਲ ਨਹੀਂ ਰਹਿ ਗਈ ਕਿ ਪ੍ਰਾਪਰਟੀਆਂ ਖਰੀਦਣ, ਕਿਉਂਕਿ ਰੇਟਸ ਇੰਨੇ ਜ਼ਿਆਦਾ ਵੱਧ ਚੁੱਕੇ ਨੇ। ਦੇਖੋ ਜੀ, ਹੁਣ ਘਰ, ਜ਼ਮੀਨਾਂ ਔਰ ਪਲਾਟ ਜਿਹੜੇ ਆ ਉਹ ਖਰੀਦਣ ਵਾਲਿਆਂ ਲਈ ਤਾਂ ਮਹਿੰਗੇ ਹੋ ਗਏ ਹੈ ਨਾ। ਤੁਸੀਂ ਦੇਖੋ 30 ਤੋਂ 40% ਸਰਕਾਰ ਹੁਣ ਲੋਕਾਂ ਨੂੰ ਲੁੱਟਣ ਤੇ ਹੋ ਗਈ ਨਾ। ਵੀ ਜੇ ਖਜ਼ਾਨਾ ਭਰਨਾ ਤਾਂ ਲੋਕਾਂ ਦੇ ਗਲ 'ਚ ਗੁੱਠਾ ਦੇ ਕੇ ਭਰਨਾ ਤੁਸੀਂ। ਹਾਂ, ਬਿਲਕੁਲ ਸਹੀ। ਇੱਕ ਜ਼ਰੂਰ ਆ ਵੀ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਐਕਵਾਇਰ ਕਰਦੀ ਆ ਸਰਕਾਰ ਸੜਕਾਂ ਬਣਾਉਣ ਲਈ, ਹੋਰ ਕੰਮਾਂ ਦੇ ਲਈ, ਉਹ ਥੋੜ੍ਹੇ ਜ਼ਰੂਰ ਖੁਸ਼ ਆ ਵੀ ਮੁਆਵਜ਼ਾ ਜਿਹੜਾ ਕੰਪਨਸੇਸ਼ਨ ਵੱਧ ਮਿਲੂਗਾ। ਕਲੈਕਟਰ ਰੇਟ 'ਤੇ ਵੱਧਦੇ ਹੈਗੇ, ਮੰਨ ਲਓ 100 ਮਗਰ 30 ਤੋਂ 40 ਰੁਪਏ ਵੱਧ ਗਿਆ ਰੇਟ ਜਿਹੜਾ ਹੈ ਨਾ। ਪਰ ਜਿਹੜੇ ਆਮ ਲੋਕ ਨੇ, ਜਿਨ੍ਹਾਂ ਨੇ ਹੁਣ ਗਾਂ ਘਰ ਬਣਾਉਣਾ ਵੀ ਔਖਾ ਹੋ ਗਿਆ,
ਜ਼ਮੀਨਾਂ ਲੈਣੀਆਂ ਵੀ ਔਖੀਆਂ ਹੋ ਗਈਆਂ, ਪਲਾਟ ਲੈਣੇ ਵੀ ਔਖੇ ਹੋ ਗਏ। ਇਸੇ ਤਰ੍ਹਾਂ ਜਿਹੜਾ ਪ੍ਰਾਪਰਟੀ ਦੇ ਕਾਰੋਬਾਰ ਕਰਦੇ ਆ ਉਹਨਾਂ ਲਈ ਵੀ ਇਹ ਹੁਣ ਔਖੀ ਘੜੀ ਆ ਗਈ ਆ, ਕਿਉਂਕਿ ਤੁਸੀਂ ਅੱਜ ਕੱਲ੍ਹ ਜੇ ਪਿਛਲੇ ਕੁਝ ਸਾਲਾਂ ਤੋਂ ਦੇਖੋ ਮਤਲਬ ਕਚਹਿਰੀਆਂ ਦੇ ਵਿੱਚ ਜਾ ਕੇ, ਤਹਿਸੀਲਾਂ ਦੇ ਵਿੱਚ ਤਾਂ ਰਜਿਸਟਰੀਆਂ ਬਹੁਤ ਘੱਟ ਗਈਆਂ। ਜੇ ਮੰਨ ਲਓ ਰੋਜ਼ ਦੀ 100 ਰਜਿਸਟਰੀ ਹੁੰਦੀ ਸੀ ਤਾਂ ਹੁਣ 10-15 ਹੀ ਹੁੰਦੀਆਂ ਹੈਗੀਆਂ। ਤਾਂ ਹੁਣ ਗਾਂ ਮੈਨੂੰ ਲੱਗਦਾ ਫਿਰ ਉਹ ਹੋਰ ਘੱਟ ਕੇ 2-4 ਤੇ ਆ ਜਾਣਗੀਆਂ, ਹੈ ਨਾ, ਪਰ ਤਹਿਸੀਲ। ਸੋ ਇਹਦਾ ਜਿਹੜਾ ਆ ਆਮ ਲੋਕਾਂ ਲਈ ਇਹ ਔਖਾ ਹੈਗਾ। ਤੁਹਾਨੂੰ ਲੱਗਦਾ ਕਿ ਇੱਦਾਂ ਕਰਪਸ਼ਨ ਵਧੇਗੀ? ਕਰਪਸ਼ਨ ਵਧੇਗੀ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਜੋ ਗਵਰਨਮੈਂਟ ਵੱਲੋਂ ਤੈਅ ਰੇਟ ਹੈ, ਉਸ ਤੋਂ ਇਲਾਵਾ ਬਲੈਕ ਮਨੀ ਚੱਲਦੀ ਹੈ ਹਮੇਸ਼ਾ, ਪ੍ਰਾਪਰਟੀ ਦੇ ਵਿੱਚ ਲੈਣ ਦੇਣ ਹੁੰਦਾ ਹੈ। ਔਰ ਮਾਨ ਸਾਹਿਬ ਕਹਿੰਦੇ ਨੇ ਕਿ ਵੀਡੀਓ ਬਣਾ ਕੇ ਭੇਜੋ। ਹੁਣ ਜਿਹਨੇ ਵੇਚਣਾ ਹੈ ਤੇ ਜਿਹਨੇ ਖਰੀਦਣਾ ਹੈ ਉਹ ਦੋਵੇਂ ਮਿਲ ਗਏ ਕਿ ਆਪਾਂ ਮਿਲ ਕੇ ਇੰਨੇ ਕੁ ਦੀ ਰਜਿਸਟਰੀ ਕਰਵਾ ਲੈਂਦੇ ਹਾਂ, ਬਾਕੀ ਟੈਕਸ ਤੋਂ ਬਚਾਂਗੇ। ਹੁਣ ਵੀਡੀਓ ਕਿਹਨੇ ਬਣਾਉਣੀ ਹੈ? ਕਿਹਨੇ ਬਣਾਉਣੀ? ਕਿਸੇ ਜਿਹਨੇ ਸਾਰੇ ਖਾਤੇ ਕਲੀਅਰ ਕਰਨੇ ਨੇ ਉਹਦਾ ਵੀ ਚਾਹ ਪਾਣੀ ਵਿੱਚ ਫਿਕਸ ਹੋ ਜਾਣਾ। ਬਿਲਕੁਲ। ਤੇ ਤਿੰਨਾਂ ਧਿਰਾਂ ਮਿਲ ਗਈਆਂ। ਹੁਣ ਉਹ ਜਿਹੜੀ ਸਾਨੂੰ ਹੈਲਪਲਾਈਨ ਦਿੱਤੀ ਹੋਈ ਹੈ ਕਰਪਸ਼ਨ ਰੋਕਣ ਵਾਸਤੇ, ਉਹਦਾ ਕੀ ਕਰਾਂਗੇ? ਤੇ ਜਿਹੜੇ ਬਾਕੀ ਸਟੇਟ ਦੇ ਵਿੱਚ ਅਸੀਂ ਕਰੋੜਾਂ ਦੀ ਐਡਵਰਟਾਈਜ਼ਮੈਂਟ ਦੇ ਦਿੱਤੀ ਕਿ ਪੰਜਾਬ ਨੂੰ ਅਸੀਂ ਕਰਪਸ਼ਨ ਫ੍ਰੀ ਸਟੇਟ ਬਣਾ ਦਿੱਤਾ, ਉਹਦਾ ਕੀ ਕਰਾਂਗੇ? ਇਹ ਤਾਂ ਦੇਖੋ ਪ੍ਰੋਪੇਗੈਂਡਾ ਸਰਕਾਰਾਂ ਦਾ। ਬਾਕੀ ਸੂਬਿਆਂ ਦੇ ਪਹਿਲੀ ਗੱਲ ਤਾਂ ਇਹ ਆ ਵੀ ਉਹ ਜਿਹੜੀ ਐਡ ਬਾਕੀ ਸੂਬਿਆਂ 'ਚ ਜਾਂਦੀ ਆ, ਪੰਜਾਬ ਦੇ ਲੋਕਾਂ ਨੂੰ ਤਾਂ ਤੁਸੀਂ ਦੱਸੋ ਵੀ ਅਸੀਂ ਆਹ ਕੁਛ ਕਰ ਲਿਆ, ਬਾਕੀ ਸੂਬਿਆਂ 'ਚ ਉਹ ਐਡ ਦੇਣ ਦਾ ਕੀ ਆਈਡੀਆ ਬਈ? ਕਿਉਂਕਿ ਪੂਰੇ ਇੰਡੀਆ ਦੇ ਵਿੱਚ ਆਪਣੀ ਪਾਰਟੀ ਨੂੰ ਕੈਪਚਰ ਕਰਵਾਉਣਾ ਨਾ ਤੁਸੀਂ ਸਟੇਟਸ ਨੂੰ। ਪਾਰਟੀ ਤੁਸੀਂ ਆਪਣੇ ਲੋਕਲ ਆਧਾਰ ਤੇ ਕਰੋ। ਤੁਸੀਂ ਪੰਜਾਬ ਦੀਆਂ ਪ੍ਰਾਪਤੀਆਂ ਜਿਹੜੀਆਂ ਆ ਦੂਸਰੇ ਸੂਬਿਆਂ ਨੂੰ ਕਾਹਦੇ ਲਈ ਦੱਸ ਰਹੇ ਆ? ਕਿਉਂਕਿ ਪੰਜਾਬ ਦਾ ਬਜਟ ਹੈ ਨਾ ਉੱਥੇ ਖਰਚ ਹੋਏਗਾ ਨਾ ਜੀ। ਪੰਜਾਬ ਜੇ ਬਜਟ ਦੇ ਸਿਰ ਦੇ ਉੱਤੇ ਅਸੀਂ ਆਪਣੀ ਪਾਰਟੀ ਨੂੰ, ਲੋਕਾਂ ਦਾ ਜਿਹੜਾ ਪੈਸਾ ਆ ਟੈਕਸ ਪੇਅਰਸ ਦਾ, ਹੈ ਨਾ, ਯੈਸ, ਉਹਦੇ ਇਸ਼ਤਿਹਾਰ ਜਾਂਦੇ ਆ ਨਾ। ਬਿਲਕੁਲ। DABP ਦੇ ਜਿਹੜੇ ਇਸ਼ਤਿਹਾਰ ਨੇ, ਡਿਪਾਰਟਮੈਂਟ ਆਫ ਆਡੀਓ ਵਿਜ਼ੂਅਲ ਪਬਲਿਸਿਟੀ, ਉਹ ਅਖਬਾਰਾਂ ਨੂੰ ਤਾਂ ਕਈ ਵਾਰੀ ਤੁਹਾਨੂੰ ਪਤਾ 2-2 ਸਾਲ ਬਿੱਲ ਮਤਲਬ ਭੇਜਿਆਂ ਨੂੰ ਹੋ ਜਾਂਦੇ ਆ, ਤਾਂ ਪੈਸੇ ਦਾ ਭੁਗਤਾਨ ਨਹੀਂ ਹੁੰਦਾ। ਤੇ ਦੂਜੇ ਸੂਬਿਆਂ ਨੂੰ ਆਪਾਂ ਜਾ ਕੇ ਦੱਸ ਰਹੇ ਹਾਂ DABP ਦੇ ਇਸ਼ਤਿਹਾਰ ਦੇ ਕੇ, ਕਿਉਂਕਿ ਅਸੀਂ ਦੂਜੇ ਸੂਬਿਆਂ ਦੇ ਵਿੱਚ ਇਲੈਕਸ਼ਨਸ ਲੜਨੀਆਂ ਨੇ ਜੀ। ਤੇ ਪੰਜਾਬ ਦਾ ਖਜ਼ਾਨਾ ਖੋਲ ਦਿੱਤਾ ਜਾਵੇ। ਇਹ ਤਾਂ ਸਮਝ ਲਓ ਪਈ ਇਹ ਤਾਂ ਫਿਰ ਲੋਕਾਂ ਨਾਲ ਬੇਇਨਸਾਫੀ ਹੋ ਗਈ ਨਾ। ਬਿਲਕੁਲ ਬੇਇਨਸਾਫੀ ਹੈ ਕਿ ਤੁਸੀਂ ਆਪਣੀ ਪਾਰਟੀ ਦੀ ਪਬਲਿਸਿਟੀ, ਆਮ ਆਦਮੀ ਪਾਰਟੀ ਦੀ ਪਬਲਿਸਿਟੀ ਤੁਸੀਂ ਕਰਦੇ ਪਏ ਹੋ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ, ਔਰ ਫਰਦਰ ਤੁਸੀਂ ਇਲੈਕਸ਼ਨਸ ਲੜਨੀਆਂ ਨੇ ਉੱਥੇ ਜਾ ਕੇ। ਇਸ ਕਰਕੇ ਪਾਰਟੀ ਦੀ ਸਥਿਤੀ ਤੁਸੀਂ ਮਜ਼ਬੂਤ ਕਰਦੇ ਪਏ ਹੋ, ਖਜ਼ਾਨਾ ਪੰਜਾਬ ਦਾ। ਔਰ ਪਹਿਲੇ ਸਫੇ ਦੀਆਂ ਫੁੱਲ ਪੇਜ ਦੀਆਂ ਤੁਸੀਂ ਦੇਖੋ ਐਡਸ ਦਿੱਤੀਆਂ ਪੰਜਾਬ ਸਰਕਾਰ। ਤੁਸੀਂ ਕਈ ਵਾਰ ਸੋਚਦੇ ਨਹੀਂ, ਕਿਉਂਕਿ ਤੁਸੀਂ ਤੇ ਕਾਫੀ ਅਨੁਭਵ ਹੈ ਤੁਹਾਡਾ, ਤੁਹਾਨੂੰ ਲੱਗਦਾ ਨਹੀਂ ਕਈ ਵਾਰ ਬੈਠੇ ਸੋਚਦੇ ਹੋ ਕਿ ਯਾਰ ਇਹ ਹੋ ਕੀ ਰਿਹਾ? ਅਜੀਬ ਵਰਤਾਰਾ, ਹਨਾ, ਤੇ ਉਹਦੇ ਤੇ ਬੰਦਾ ਹੱਸ ਸਕਦਾ ਜਾਂ ਰੋ ਸਕਦਾ, ਬਸ ਦੋ ਹੀ ਗੱਲਾਂ ਆ। ਜਿਹੜਾ ਹਾਸਾ ਹੈ ਨਾ ਉਹਦੇ ਅੰਦਰ ਰੋਣਾ ਹੀ ਹੈ ਜੀ। ਉਹ ਹਾਸਾ ਵੀ ਰੋ ਹੀ ਰਿਹਾ ਹੁੰਦਾ, ਹਾਸਾ ਬੇਬਸੀ ਦਾ ਹਾਸਾ ਵੀ। ਦੱਸੋ ਕੁਝ ਨਹੀਂ ਕਰ ਸਕਦੇ, ਸਭ ਕੁਝ ਜਾਣਦੇ ਹੋ। ਵਿਰੋਧੀ ਧਿਰ ਨੇ 4 ਦਿਨ ਜ਼ਰੂਰ ਪਾਇਆ, ਹਨਾ, ਤੇ ਉਹ ਹੁਣ ਉਹਨਾਂ ਦੀ ਮੈਜੋਰਟੀ ਇੰਨੀ ਆ। ਦੇਖੋ ਸਤੀ ਸਰ ਜੀ, ਸਾਹਮਣੇ ਸਭ ਕੁਝ ਹੋ ਰਿਹਾ, ਬਿਲਕੁਲ ਸਾਨੂੰ ਸਭ ਨੂੰ ਦਿਖਦਾ ਪਿਆ, ਪਰ ਅਸੀਂ ਕੁਝ ਨਹੀਂ ਕਰ ਸਕਦੇ। ਸਾਡੇ ਸਾਹਮਣੇ ਸਭ ਕੁਝ ਹੋ ਰਿਹਾ, ਬੇਬਸ ਹੈ ਨਾ, ਬੇਬਸ ਸਭ ਕੁਝ ਹੋ ਰਿਹਾ। ਔਰ ਅੱਗੋਂ ਜਿਵੇਂ ਸਾਨੂੰ ਇਹ ਜਿਹੜੇ ਸੱਤਾ 'ਚ ਬੈਠੇ ਪਾਵਰਫੁਲ ਲੋਕ ਨੇ ਸਾਨੂੰ ਮੂੰਹ ਚੜਾ ਕੇ ਕਹਿੰਦੇ ਨੇ ਕਿ ਅਸੀਂ ਤਾਂ ਇਦਾਂ ਹੀ ਕਰਾਂਗੇ, ਬਿਲਕੁਲ ਤੁਸੀਂ ਜੋ ਵਿਗਾੜ ਸਕਦੇ ਹੋ ਵਿਗਾੜ ਲਓ। ਬਾਕੀ ਦੱਸੋ ਅਸੀਂ ਕੀ ਵਿਗਾੜਨਾ? ਲੋਕਾਂ ਨੇ ਇੰਨਾ ਤਕੜਾ ਮੈਂਡੇਟ ਦਿੱਤਾ ਯਾਰ, 92 ਸੀਟਾਂ ਜਿਤਾਈਆਂ। ਕਦੀ ਹੋਇਆ ਇੱਥੇ ਪੰਜਾਬ 'ਚ ਪਈ ਮਤਲਬ ਲੋਕਾਂ ਨੇ ਇਦਾਂ ਹੁੰਝਾ ਫਿਰ ਜਿੱਤ ਦਵਾਈ ਹੋਵੇ? ਤਾਂ ਹੁਣ ਤੁਸੀਂ ਹਾਕਮ ਬਣ ਕੇ ਗੱਦੀਆਂ ਸਾਂਭ ਕੇ ਬਸ ਪੰਜਾਬ ਦੀ ਤਰਾਸਦੀ ਤੇ ਨਾ ਰੋਣ ਆਉਂਦਾ ਹੈਗਾ। ਆਮ ਬੰਦਾ, ਆਮ ਲੋਕ ਕੀ ਵਿਗਾੜ ਸਕਦੇ ਨੇ? ਕੁਝ ਨਹੀਂ ਵਿਗਾੜ ਸਕਦੇ। ਜੇ ਇਲੈਕਸ਼ਨਸ ਬਹੁਤਾ ਤੁਸੀਂ ਰੌਲਾ ਪਾਓਗੇ, ਚੱਕ ਕੇ ਅੰਦਰ ਦੇ ਦਿੰਦੇ, 50 ਪਰਚੇ ਤੁਹਾਡੇ ਤੇ ਦਰਜ ਕਰਾ ਦਿੰਦੇ ਆ, ਤਰੀਕਾਂ ਭੁਗਤਦੇ ਰਹੋ, ਸਾਰੀ ਉਮਰ ਜੇਲ੍ਹਾਂ 'ਚ ਸੜੋ, ਹੈ ਨਾ, ਕਿਉਂਕਿ ਸਾਰੀ ਮਸ਼ੀਨਰੀ, ਸਾਰੀ ਪਾਵਰ ਇਹਨਾਂ ਦੇ ਹੱਥ 'ਚ। ਬਿਲਕੁਲ ਉਹ ਰਾਜ ਦੇ ਡੰਡੇ ਆ ਨਾ। ਬਿਲਕੁਲ। ਔਰ ਇਲੈਕਸ਼ਨਸ ਵਿੱਚ ਵੋਟ ਪਾ ਕੇ ਤੁਸੀਂ ਕੀ ਕਰ ਲੋਗੇ? ਜੇਲ੍ਹਾਂ, ਪੁਲਿਸ, ਅਦਾਲਤਾਂ, ਆਪਾਂ ਸਾਰੇ ਜਾਣਦੇ ਆ ਵੀ ਉਹ ਰਾਜ ਦੇ ਡੰਡੇ ਹੁੰਦੇ ਆ। ਬਿਲਕੁਲ ਰਾਜ ਦੇ ਡੰਡੇ, ਔਰ ਆਮ ਲੋਕਾਂ ਵਾਸਤੇ, ਆਮ ਲੋਕਾਂ ਨੂੰ ਸਿੱਧਿਆ ਕਰਨ ਵਾਸਤੇ। ਬਿਲਕੁਲ ਤੀਰ ਵਾਂਗਿਆ ਸਿੱਧਾ ਕਰਨਾ। ਤਕੜੇ ਤਾਂ ਕਹਿੰਦੇ ਕੋਈ ਬਾਲ ਰਹਿ ਜਾਊਗਾ, ਮਤਲਬ ਲੋਕਾਂ 'ਚ ਨਹੀਂ ਰਹਿਣ ਦਿੰਦੇ ਇਹ, ਹੈ ਨਾ। ਔਰ ਫਿਰ ਤੁਸੀਂ ਦੇਖੋ ਭਈ ਆ ਹੁਣ ਧਰਨੇ ਮੁਜ਼ਾਹਰਿਆਂ ਦੇ ਵੀ ਤੁਸੀਂ ਦੇਖੋ ਭਈ ਬੇਰੁਜ਼ਗਾਰ ਅਧਿਆਪਕਾਂ ਨੇ ਉੱਥੇ ਰਿਹਾਇਸ਼ ਘੇਰੀ ਸਰਦਾਰ ਜੀ ਦੀ, CM ਮਾਨ ਸਾਹਿਬ ਦੀ, ਹੈ ਨਾ, ਉਹਨਾਂ ਤੇ ਲਾਠੀ ਚਾਰਜ ਕਰਦੇ ਆ, ਹੈ ਨਾ। ਤੇ ਇਹ ਅਕਾਲੀਆਂ ਵੇਲੇ ਕਹਿੰਦੇ ਹੁੰਦੇ ਸੀਗੇ ਭਈ ਜਿਹੜਾ ਇੱਕ ਅਕਾਲੀ ਵਜ਼ੀਰ ਨੇ ਕੁੜੀਆਂ ਦੀਆਂ ਗੁੱਤਾਂ ਪੁੱਟੀਆਂ ਤੇ ਜਿਹੜੇ ਆ ਥੱਪੜ ਮਾਰੇ ਆ, ਦੋਸ਼ ਲੱਗਦੇ ਰਹੇ ਨਾ ਇੱਕ ਅਕਾਲੀ ਵਜ਼ੀਰ ਤੇ। ਤਾਂ ਉਹ ਹੁਣ ਆਪ ਵੀ ਤਾਂ ਜਿਹੜੀ ਆਪ ਆ, ਭਗਵੰਤ ਮਾਨ ਹੋਰੀ ਖੁਦ ਕਹਿੰਦੇ ਹੁੰਦੇ ਸੀਗੇ ਭਈ ਮੇਰੇ ਰਾਜ ਦੇ ਵਿੱਚ ਧਰਨੇ ਮੁਜ਼ਾਹਰੇ ਨਹੀਂ ਮੈਂ ਲੋਕਾਂ ਨੂੰ ਲਾਉਣ ਦੇਣੇ, ਭਈ ਲੋੜ ਹੀ ਨਹੀਂ ਪੈਣੀ ਲੋਕਾਂ ਨੂੰ, ਹੈ ਨਾ।
ਤੇ ਉਹ ਚਾਹੇ ਹੁਣ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਹੋਵੇ, ਹੁਣ ਵਿੱਚ ਕਾਨੂੰਨੀ ਮਤਲਬ ਰੇਟਕੇ ਪੈ ਗਏ ਆ। ਸੋ ਇਹ ਲੋਕਾਂ ਨੂੰ ਨਾ ਮੂਰਖ ਬਣਾਉਣ ਵਾਲੀਆਂ ਗੱਲਾਂ ਹੈਗੀਆਂ। ਕਹਿੰਦੇ ਕੀ ਕੰਮ ਕਰਦਾ? ਕਹਿੰਦਾ ਸਾਡੇ ਮੁਲਕ ਦੇ ਵਿੱਚ ਕੰਮ ਲੱਭਣਾ ਵੀ ਕੰਮ ਹੈ ਜੀ, ਮੈਂ ਉਹੀਓ ਕੰਮ ਕਰਦਾ। ਓਕੇ, ਸੋ ਇੱਕ ਆਪਾਂ ਲੈਂਦੇ ਹਾਂ ਕਿ ਮਤੇ ਵਾਲਾ ਹੁਣ ਉਹ ਪ੍ਰੋਜੈਕਟ ਜਿਹੜਾ ਸੀ ਟੈਕਸਟਾਈਲ ਦਾ, ਉਹ ਮਾਨ ਸਾਹਿਬ ਨੇ ਕਰ ਦਿੱਤਾ ਹੈ ਰੱਦ। ਕੈਪਟਨ ਸਾਹਿਬ ਨੇ ਤਾਂ ਗ੍ਰੀਨ ਸਿਗਨਲ ਦਿੱਤਾ ਹੋਇਆ ਸੀ ਪਹਿਲਾਂ, ਮਾਨ ਸਾਹਿਬ ਵੀ ਕਹਿੰਦੇ ਸੀ ਓਕੇ ਓਕੇ ਗ੍ਰੀਨ ਸਿਗਨਲ, ਪਰ ਲੋਕਾਂ ਦਾ ਜਦੋਂ ਪ੍ਰੈਸ਼ਰ ਪਿਆ ਹੁਣ ਰੈੱਡ ਸਿਗਨਲ ਹੋ ਗਿਆ, ਹੁਣ ਪ੍ਰੋਜੈਕਟ ਡ੍ਰੌਪ ਕਰ ਦਿੱਤਾ। ਦੇਖੋ ਕਹਿੰਦੇ ਆ ਵੀ ਇੱਕ ਪਿੰਡ ਦਾ ਤਾਂ ਮਾਤੜ ਗਰੀਬ ਲੋਕਾਂ ਦਾ ਪਿੰਡ ਆ ਉਹ, ਹਾਂਜੀ, ਉੱਥੇ ਜਬਰੀ ਰਜਿਸਟਰੀਆਂ ਕਰਵਾ ਲਈਆਂ ਸਰਕਾਰ ਨੇ, ਹੈ ਨਾ, ਦਬਕਾ ਮਾਰ ਕੇ ਲੋਕਾਂ ਕੋਲੋਂ। ਦੂਸਰਾ ਕੈਪਟਨ ਸਾਹਿਬ ਜਿਹੜੇ ਆ, ਵਿਰੋਧੀ ਧਿਰ ਤਾਂ ਵਿਰੋਧ ਕਰ ਰਹੀ ਹੈ ਬਿਲਕੁਲ। ਜਦੋਂ ਕਾਂਗਰਸ ਸਰਕਾਰ ਵੇਲੇ ਭਗਵੰਤ ਸਿੰਘ ਮਾਨ ਹੋਰੀ ਉਹ ਜਿਹੜਾ ਟੈਕਸਟਾਈਲ ਪਾਰਕ ਆ ਉਹਦਾ ਵਿਰੋਧ ਕਰਦੇ ਸੀ, ਹਾਂਜੀ, ਹੁਣ ਮੂੰਹ 'ਚ ਘੁੰਗਣੀਆਂ ਪਾ ਕੇ ਬੈਠ ਗਏ ਹਨ। BBC ਦੀ ਨਿਊਜ਼ ਹੈ, BBC ਦੀ ਨਿਊਜ਼ ਆ। ਔਰ ਹੁਣ ਕੈਪਟਨ ਸਾਹਿਬ ਨੇ ਤਾਂ ਕਿਉਂਕਿ ਉਹ ਕਹਿੰਦੇ ਜੀ ਵੀ ਇਹ ਤਾਂ ਦੇਖੋ ਭਈ ਆਪਣੇ ਇਹ ਗਲਤ ਹੋਇਆ, ਮਤੇਵਾੜਾ ਪ੍ਰੋਜੈਕਟ ਰੱਦ ਨਹੀਂ ਸੀ ਹੋਣਾ ਚਾਹੀਦਾ। ਇਹ ਮੈਨੂੰ ਪਤਾ ਨਹੀਂ ਪਈ ਇਹਨਾਂ ਦਾ ਕੀ ਵੈਰ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ, ਤੇ ਇਹਨਾਂ ਦੇ ਸਿਰ 'ਚ ਕੀ ਫਤੂਰ ਆ, ਤੇ ਕਿੱਦਾਂ ਅਜੇ ਵੀ ਮਤਲਬ ਇਹ ਲੋਕ ਆਪਣੇ ਆਪ ਨੂੰ ਜਿਹੜੇ ਸੁਪਰ ਹੀਰੋ ਸਮਝਦੇ ਆ ਪੰਜਾਬ ਦੇ, ਹੈ ਨਾ, ਉਹ ਰਾਜਾਸ਼ਾਹੀਆਂ ਖਤਮ ਹੋਇਆਂ ਨੂੰ ਮਤਲਬ ਮੁੱਦਤਾਂ ਹੋ ਗਈਆਂ, ਤੇ ਉਹ ਕਹਿੰਦੇ ਜੀ ਵੀ ਇਹ ਗਲਤ ਹੋਇਆ, ਮਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਆ ਬਣਨਾ ਚਾਹੀਦਾ। ਵਿਰੋਧੀ ਧਿਰ ਜਿਹੜੀ ਆ ਉਹ ਆਪਣੀ ਜਿੱਤ ਸਮਝਦੀ ਆ, ਕਿਉਂਕਿ 10 ਤਰੀਕ ਨੂੰ ਤੁਸੀਂ ਦੇਖਿਆ ਹੋਣੀਆਂ ਵੀ ਕਿੰਨੀਆਂ ਸਮਾਜਿਕ ਜਥੇਬੰਦੀਆਂ, ਉਹਨਾਂ ਦੇ ਕਾਰਕੁਨ, ਆਮ ਲੋਕ ਜਿਹੜੇ ਵਾਤਾਵਰਨ ਪ੍ਰੇਮੀ ਆ, ਉਹਨਾਂ ਨੇ ਉੱਥੇ ਜਾ ਕੇ ਰੋਸ ਮੁਜ਼ਾਹਰਾ ਕੀਤਾ, ਤਕਰੀਰਾਂ ਕੀਤੀਆਂ। ਫਿਰ ਸਰਕਾਰ ਦੇ ਨਾਲ ਮੀਟਿੰਗ ਸੀਗੀ CM ਸਾਹਿਬ ਦੇ ਨਾਲ, ਤੇ ਉਹ ਕੱਲ੍ਹ ਅੰਤ ਉਹਨਾਂ ਨੇ ਜਿਹੜਾ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਮੈਂ ਤਾਂ ਕਹੂੰਗਾ ਉਹ ਪ੍ਰੋਜੈਕਟ ਸਰਕਾਰ ਨੂੰ ਰੱਦ ਕਰਨਾ ਪਿਆ। ਔਰ ਪਰ CM ਸਾਹਿਬ ਦੀ ਇਹ ਚੁੱਪ ਜਿਹੜੀ ਆ, ਇਹ ਸ਼ਾਸੀ ਚੁੱਪ ਪਈ, ਜਦੋਂ ਵਿਰੋਧੀ ਧਿਰ 'ਚ ਸੀਗੇ ਉਦੋਂ ਇਹਦਾ ਵਿਰੋਧ ਕਰਦੇ ਸੀਗੇ, ਹੁਣ ਉਹਦੇ ਹੱਕ ਵਿੱਚ ਚੁੱਪ ਕਰਕੇ ਬੈਠੇ ਸੀ ਜਦ ਤੱਕ ਲੋਕਾਂ ਨੇ ਉੱਥੇ ਧਰਨਾ ਮੁਜ਼ਾਹਰਾ ਨਹੀਂ ਲਾਇਆ, ਹੈ ਨਾ। ਤੇ ਦੂਸਰੀ ਗੱਲ ਇਹ ਪਈ, ਜਿਹੜੇ ਵਾਤਾਵਰਨ ਪ੍ਰੇਮੀ ਨੇ ਪੰਜਾਬ ਦੇ, ਇੱਕ ਬੜੇ ਨਾਮਵਰ ਸੀਚੇਵਾਲ ਸਾਹਿਬ ਸੰਤ, ਉਹ ਲੋਕ ਉਹਨਾਂ ਤੋਂ ਵੀ ਔਖੇ ਨੇ। ਉਹ ਕਹਿੰਦੇ ਵੀ ਕਿਉਂਕਿ ਰਾਜ ਸਭਾ ਦੀ ਮੈਂਬਰੀ ਮਿਲ ਗਈ ਆ, ਇਸ ਕਰਕੇ ਇੱਕ ਵੀ ਲਫ਼ਜ਼ ਉਸ ਪ੍ਰੋਜੈਕਟ ਦੇ ਖਿਲਾਫ ਉਹਨਾਂ ਨੇ ਨਹੀਂ ਬੋਲਿਆ। ਸੋ ਇਸ ਤਰ੍ਹਾਂ ਦੀਆਂ ਰਲਵੇਂ ਮਿਲਵੇਂ ਪ੍ਰਭਾਵ। ਪਰ ਮਤੇਵਾੜਾ ਪ੍ਰੋਜੈਕਟ ਦਾ ਰੱਦ ਹੋਣਾ ਮੈਂ ਲੋਕਾਂ ਦੇ ਏਕੇ ਦੀ ਜਿੱਤ ਸਮਝਦਾ ਹੈਗਾ। ਮੈਂ ਇੱਕ ਗੱਲ ਤੋਂ ਹਮੇਸ਼ਾ ਰਾਜ਼ੀ ਰਹਿਣਾ ਹਾਂ, ਇਤਫਾਕ ਰੱਖਦਾ ਕਿ ਜਦੋਂ ਤੱਕ ਲੋਕ ਨਾ ਖੜੇ ਹੋਣ ਜੀ, ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ, ਭਾਰਤ ਦਾ ਭਲਾ ਨਹੀਂ ਹੋ ਸਕਦਾ, ਦੁਨੀਆ ਦੇ ਕਿਸੇ ਵੀ ਮੁਲਕ ਦਾ ਭਲਾ ਨਹੀਂ ਹੋ ਸਕਦਾ। ਬਿਲਕੁਲ, ਜਦੋਂ ਲੋਕ ਖੜੇ ਹੁੰਦੇ ਆ ਨਾ ਉਦੋਂ ਹੀ ਭਲੇ ਹੁੰਦੇ ਨੇ। ਗੁਆਂਢੀ ਮੁਲਕ 'ਚ ਆਪਾਂ ਦੇਖਿਆ 4 ਦਿਨ ਪਹਿਲਾਂ, ਪਿਛਲੇ ਸ਼ਨੀਵਾਰ ਤੋਂ ਹਾਲੇ ਮੰਗਲਵਾਰ ਹੀ ਆਇਆ ਜੀ ਭਈ ਰਾਸ਼ਟਰਪਤੀ ਭਵਨ ਤੇ ਕਬਜ਼ਾ ਕਰਕੇ ਅਜੇ ਵੀ ਮੁਜ਼ਾਹਰਾਕਾਰੀ ਬੈਠੇ ਆ। ਉਹ ਸਵਿਮਿੰਗ ਪੂਲ 'ਚ ਤਾਰੀਆਂ ਲਾ ਰਹੇ ਆ, ਡਰਾਇੰਗ ਰੂਮ ਦੀਆਂ ਜਿਹੜੀਆਂ ਫਰਨੀਚਰ ਆ ਉੱਥੇ ਬੈਠ ਕੇ ਆਪਣੀਆਂ ਸੈਲਫੀਆਂ ਲੈ ਕੇ ਪਾ ਰਹੇ ਆ। ਆਪਾਂ ਦੇਖਦੇ ਆ ਕਿ ਨਹੀਂ ਦੇਖਦੇ? ਤੁਸੀਂ ਦੇਖੋ ਹਰ ਮੁਲਕ ਦੀ ਇਹੀ ਕਹਾਣੀ, ਉੱਥੇ ਬੈਠੇ ਰੋਟੀਆਂ ਖਾਂਦੇ ਆ ਡਾਈਨਿੰਗ ਡੈਸਕਾਂ ਤੇ। ਜਿਹੜੇ ਇਹ ਵੱਡੇ ਵੱਡੇ ਸਿਆਸਤਦਾਨ ਨੇ, ਇਹਨਾਂ ਦੇ ਘਰਾਂ ਦੇ ਵਿੱਚ ਵੱਡੇ ਵੱਡੇ ਸਵਿਮਿੰਗ ਪੂਲ ਕਿਉਂ ਹੁੰਦੇ ਨੇ, ਵੱਡੇ ਵੱਡੇ ਸੋਹਣੇ ਸੋਹਣੇ ਫਰਨੀਚਰ ਕਿਉਂ ਹੁੰਦੇ ਨੇ, ਐਡੇ ਵੱਡੇ ਕਮਰੇ ਕਿਉਂ ਹੁੰਦੇ ਨੇ? ਇਹ ਬਸ ਲੈਵਿਸ਼ ਲਾਈਫ ਸਟਾਈਲ ਆ ਉਹਨਾਂ ਦਾ। ਵਾਈ? ਕਿਉਂਕਿ ਤੁਸੀਂ ਅਯਾਸ਼ੀ ਵਾਲਾ ਮਤਲਬ ਜਿਹੜਾ ਰਹਿਣੀ ਬਹਿਣੀ ਆ, ਇਹ ਟੈਕਸ ਪੇਅਰਸ ਦੇ ਸਿਰ ਦੇ ਉੱਤੇ ਲੋਕਾਂ ਦਾ ਪੈਸਾ ਲੁੱਟ ਕੇ ਹੀ ਇਹ ਅਯਾਸ਼ੀ ਕਰਦੇ ਆ ਨਾ। ਬਿਲਕੁਲ ਸਹੀ ਗੱਲ ਹੈ। ਤੇ ਆਮ ਟੈਕਸ ਪੇਅਰਸ ਦਾ ਪੈਸਾ ਹੈ ਨਾ ਜਿਹਦੇ ਨਾਲ ਇਹ ਸਾਰਾ ਕੁਝ ਬਣਦਾ, ਆਪਣੀ ਜੇਬ ਚੋਂ ਤਾਂ ਬਣਾਉਂਦੇ ਨਹੀਂ। ਤੇ ਆਮ ਲੋਕ ਨਿੱਕੇ ਜਿਹੇ ਘਰ 'ਚ, ਉਹ ਇੱਕ ਅਫਸਰ ਘਰ ਬਣਾ ਰਿਹਾ ਚੰਡੀਗੜ੍ਹ ਦੇ ਵਿੱਚ, ਹਾਂਜੀ, ਇੱਕ ਜ਼ਿਲ੍ਹੇ ਦਾ ਇਸ ਵੇਲੇ DC ਆ। ਉਹ ਕਹਿੰਦਾ ਵੀ ਮੇਰੇ ਲਈ ਇਹ ਘਰ ਬਣਾਉਣਾ ਔਖਾ ਹੋਇਆ ਕਿਉਂਕਿ ਮੈਂ ਸਾਰਾ 1 ਨੰਬਰ ਦਾ ਪੈਸਾ ਲਾ ਰਿਹਾ, GST ਦੇ ਰਿਹਾ ਕਹਿੰਦਾ ਉਹਦੇ ਉੱਤੇ। ਉਹ ਇਮਾਨਦਾਰ ਅਫਸਰ ਆ, ਪਰ ਉਹ ਉਹਨਾਂ ਦੇ ਕਿੰਨੇ ਕੁ ਇਮਾਨਦਾਰ ਅਫਸਰ ਹੋਣਗੇ, ਹੈ ਨਾ। ਉਹਨਾਂ ਦੇ ਘਰ ਨਹੀਂ ਬਣਦੇ, ਘਰ ਬਣਦੇ ਆ, ਮਹਿਲ ਬਣਦੇ ਆ ਉਹਨਾਂ ਦੇ, ਹੈ ਨਾ, ਜਿਨ੍ਹਾਂ ਦੇ ਬਣਦੇ ਨੇ, ਹੈ ਨਾ। ਉੱਥੇ ਜਿਹੜੇ ਚਾਹੇ ਉਹ ਰਾਜਾ ਸਾਹਿਬ ਹੋਣ ਤੇ ਚਾਹੇ ਉਹ ਬਾਦਲਾਂ ਦਾ ਟੱਬਰ ਹੋਵੇ, ਹੈ ਨਾ। ਉਹ ਪਿੱਛੇ ਜਿਹੇ ਜਲੰਧਰ ਦੇ ਇੱਕ ਟਰੱਸਟ ਦੇ ਮੁਖੀ ਆ, ਹਸਪਤਾਲ ਵੀ ਵੱਡਾ ਚਲਾ ਰਹੇ ਆ, ਉਹ ਵੀ ਮਤਲਬ ਸੰਤ ਆ।
ਤੇ ਕਹਿ ਲਓ ਭਈ ਜਿੱਦਾਂ ਇੱਕ ਟਰਸਟ ਦਾ ਮੁਖੀ ਆ, ਬਾਬਾ ਜੀ ਵੀ ਕਹਿੰਦੇ ਆ ਲੋਕ, ਕੁਛ ਇੱਦਾਂ ਕੋਈ ਸੰਤ ਕਹਿੰਦੇ, ਕੋਈ ਬਾਬਾ ਜੀ ਕਹਿੰਦੇ ਆ, ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਦਲਾਂ ਬਾਰੇ, ਹੈ ਨਾ। ਤੇ ਉਹ ਕਿਸੇ ਇੱਦਾਂ ਹੀ ਟੀਵੀ ਨੈਟਵਰਕ ਵਾਲਿਆਂ ਨੇ ਰਿਕਾਰਡ ਕੀਤੀ, ਤਾਂ ਉਹਦੇ ਵਿੱਚ ਉਹ ਕਹਿੰਦੇ ਆ ਵੀ ਬਾਦਲਾਂ ਦਾ ਜਿਹੜਾ ਬਜ਼ੁਰਗ ਆ ਬੱਕਰੀਆਂ ਚਾਰਦਾ ਹੁੰਦਾ ਸੀ, ਹੈ ਨਾ। ਤੇ 60 ਏਕੜ ਕਿਤੇ ਬਾਅਦ ਦੇ ਵਿੱਚ ਫਿਰ ਜ਼ਮੀਨ ਬਣਦੀ ਆ, ਤਾਂ ਉਹ ਇੰਨੀ ਲੱਖਾਂ ਲੋਕਾਂ ਨੇ ਦੇਖੀ, ਹੈ ਨਾ। ਤੇ ਉਹ ਬੜੀ ਲਾਲਾ ਹੋਈ ਪਈ ਇਹਨਾਂ ਜਿਨ੍ਹਾਂ ਦਾ ਮਤਲਬ ਕੋਈ ਬਾਬਾ ਪੜਦਾਦਾ ਜਿਹੜਾ ਆਜੜੀ ਰਿਹਾ ਹੋਵੇ ਤੇ ਅੱਜ ਪੰਜਾਬ ਦੇ ਮਾਲਕ ਬਣ ਕੇ ਬੈਠੇ ਹੋਣ, ਹੈ ਨਾ। ਕਿਉਂਕਿ ਕਿਸੇ ਸਿਆਣੇ ਨੇ ਕਿਹਾ ਕਿ ਤੁਸੀਂ ਨਾ ਧਨ ਦੌਲਤ ਦੇ ਨਾਲ ਮਕਾਨ ਬਣਾ ਸਕਦੇ ਹੋ, ਸਿਰਫ ਮਕਾਨ, ਬਿਲਕੁਲ, ਘਰ ਉਦੋਂ ਤੱਕ ਨਹੀਂ ਬਣਦਾ ਜਦੋਂ ਤੱਕ ਗੁਰੂ ਸਾਹਿਬ ਦੀ ਬਖਸ਼ਿਸ਼ ਨਾ ਹੋਵੇ। ਬਿਲਕੁਲ ਬਿਲਕੁਲ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਐਵੇਂ ਨਹੀਂ ਹੋ ਜਾਂਦੀ। ਤੇ ਘਰ ਉਹੀ ਹੈ ਨਾ ਵੀ ਘਰ ਇੱਟਾਂ ਸੀਮੈਂਟ ਨਾਲ ਸਾਰੀ ਇਮਾਰਤ ਨਹੀਂ ਹੁੰਦੀ, ਹੈ ਨਾ। ਘਰ 'ਚ ਮੋਹ ਮੁਹੱਬਤ ਆਪਣਾਪਨ ਹੁੰਦਾ, ਹੈ ਨਾ। ਘਰ 'ਚ ਇੱਕ ਨਿੱਘ ਹੁੰਦਾ ਵਿਸ਼ੇਸ਼ ਕਿਸਮ ਦਾ, ਹੈ ਨਾ। ਤੇ ਘਰ ਨਿਰੀ ਇਮਾਰਤ ਘਰ ਨਹੀਂ ਹੁੰਦੀ, ਉਦੋਂ ਬਣਦੀਆਂ ਨਾ ਜਦੋਂ ਦੁਆਵਾਂ ਮਿਲਦੀਆਂ ਨੇ। ਜਦੋਂ ਦੁਆਵਾਂ ਮਿਲਦੀਆਂ, ਉਹੀ ਬਸ ਇਹੀ ਗੱਲ ਹੈ, ਇਹੀ ਗੱਲ ਹੈ ਜੀ। ਸੋ ਦੁਆਵਾਂ ਦੀ ਗੱਲ ਤੋਂ ਆਪਾਂ ਅੱਗੇ ਵਧਦੇ ਹਾਂ। ਜੌਲਾ ਪਿੰਡ, ਜਗਰਾਵਾਂ ਜ਼ਿਲ੍ਹਾ, ਹਾਂਜੀ, ਇੱਕ ਬਜ਼ੁਰਗ ਜੋੜੇ ਦਾ ਬਾਈਕਾਟ ਕੀਤਾ ਸਾਰੇ ਪਿੰਡ ਨੇ ਜੀ। ਕੋਈ ਫੈਮਿਲੀ ਦਾ ਮੈਟਰ ਸੀ, ਕੋਈ ਫੈਮਿਲੀ ਦਾ ਮਸਲਾ ਸੀ, ਕੋਈ ਪਿਆਰ ਮੁਹੱਬਤ ਇਸ਼ਕ ਦੀ ਗੱਲ ਸੀ ਜੀ। ਤੇ ਹੁਣ ਮਾਮਲਾ ਗਿਆ ਉਲਝ, ਪੰਚਾਇਤ ਵੀ ਉਲਝੀ ਫਿਰਦੀ ਹੈ। ਉਹ ਦੇਖੋ, ਇੱਕ ਪਰਸੋਂ ਦੀ ਗੱਲ ਆ, ਇੱਕ ਪੰਜਾਬੀ ਦੀ ਪ੍ਰਮੁੱਖ ਅਖਬਾਰ 'ਚ ਇੱਕ ਖਬਰ ਛਪਦੀ ਆ, ਔਰ ਦੇਖੋ ਉਸ ਬਜ਼ੁਰਗ ਜੋੜੇ ਦਾ ਬੇਟਾ ਜਿਹੜਾ ਉਹ ਜਿਹਨੂੰ ਆਪਾਂ ਕਹਿੰਦੇ ਆ ਵੀ ਉੱਧੜ ਜਾਣਾ, ਹੈ ਨਾ, ਉਹ ਪਿੰਡ ਦੀ ਕਿਸੇ ਕੁੜੀ ਦੇ ਨਾਲ ਕਿਤੇ ਵਗ ਗਿਆ, ਹੈ ਨਾ। ਜਾ ਕੇ ਰੱਬ ਜਾਣਦਾ ਵਿਆਹ ਕਰਾਇਆ ਜਾਂ ਕੀ ਆ, ਕਿਵੇਂ ਲਾਪਤਾ ਜੋੜਾ, ਹੈ ਨਾ। ਤੇ ਪਿੰਡ ਦੀ ਪੰਚਾਇਤ ਜਿਹੜੀ ਹੈ ਉਹ ਉਹਨਾਂ ਦਾ ਬਜ਼ੁਰਗਾਂ ਦਾ ਸੋਸ਼ਲ ਬਾਈਕਾਟ ਕਰ ਦਿੰਦੀ ਆ, ਹੈ ਨਾ। ਤੇ ਉਹ ਵੀ ਇੱਦਾਂ ਦਾ ਮਤਾ ਪਾਸ ਕਰਦੀ ਆ ਵੀ ਇਹਨਾਂ ਦਾ ਕੋਈ ਜੇ ਟੱਬਰ ਦਾ ਜੀ ਵੀ ਮਰ ਜਾਂਦਾ ਤੇ ਕੋਈ ਮੋਢਾ ਨਹੀਂ ਦਊਗਾ ਅਰਥੀ ਨੂੰ, ਠੀਕ ਹੈ। ਇਹ ਗੁਰਦੁਆਰੇ ਤੋਂ ਭਾਂਡੇ ਨਹੀਂ ਮਿਲਣਗੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਲਿਜਾ ਸਕਦੇ, ਪਿੰਡ ਦੀ ਹੱਟੀ ਤੋਂ ਸੌਦਾ ਪੱਤਾ ਵੀ ਨਹੀਂ ਖਰੀਦ ਸਕਦੇ। ਉਹ 5-7 ਦਿਨ ਜਾਣੀ ਕਿ ਉਹ ਵਿਚਾਰੇ ਰੋਟੀ ਪਾਣੀ ਤੋਂ ਵੀ ਤੰਗ ਰਹੇ, ਹੈ ਨਾ। ਤਾਂ ਫਿਰ ਰੌਲਾ ਰੱਪਾ ਪਿਆ ਅਖਬਾਰ 'ਚ ਛਪਣ ਤੋਂ ਬਾਅਦ। ਔਰ ਦੁੱਖ ਦੀ ਗੱਲ ਇਹ ਆ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜੇ ਮੈਂਬਰ ਆ ਜਾਂ ਜ਼ਿਲ੍ਹਾ ਪੱਧਰੀ ਆਗੂ ਆ, ਉਹ ਪਿੰਡ ਦੀ ਪੰਚਾਇਤ ਦੇ ਨਾਲ ਨੇ, ਹੈ ਨਾ। ਹੁਣ ਮਾਫੀ ਵੀ ਮੰਗਦੀ ਆ ਪੰਚਾਇਤ, ਮਤਾ ਵੀ ਦੁਬਾਰਾ ਪਾਸ ਕਰਦੀ ਆ, ਰੌਲਾ ਰੱਪਾ ਪਿਆ ਤਾਂ DDPO ਆਉਂਦਾ, SDM ਤੱਕ ਗੱਲ ਜਾਂਦੀ ਆ, DC ਜਿਹੜੀ ਆ ਉਹ ਲੁਧਿਆਣਾ ਹੁਕਮ ਕਰਦੀ ਆ ਤੇ ਉਹ ਜਿਹੜਾ ਸਾਰਾ ਕੁਛ ਬਾਈਕਾਟ ਦਾ ਫੈਸਲਾ ਰੱਦ ਹੁੰਦਾ ਹੈਗਾ। ਬਿਲਕੁਲ ਜੀ। ਤੇ ਦੇਖੋ ਗੱਲ ਇਹ ਆ ਵੀ ਜੇ ਉਹਨਾਂ ਦੇ ਬੱਚੇ ਨੇ ਕੋਈ ਗਲਤੀ ਕੀਤੀ ਵੀ ਆ ਤੇ ਬਜ਼ੁਰਗ ਜਿਹੜਾ ਅਧਖੜ ਉਮਰ ਦੇ ਲੋਕ ਆ, ਉਹਨਾਂ ਦਾ ਕੀ ਕਸੂਰ ਹੈਗਾ, ਉਹਨਾਂ ਨੂੰ ਬਾਈਕਾਟ ਕਿਉਂ? ਤੇ ਦੂਸਰਾ ਫਿਰ ਇਹਨਾਂ ਨੇ ਕੱਲ SDM ਦੇ ਦਫ਼ਤਰ ਦੇ ਬਾਹਰ ਇਹ ਜਿਹੜਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਵਾਲੇ ਜਿਹੜੇ ਆ ਏਕਤਾ ਡਕੌਂਦਾ ਵਾਲੇ, ਉਹ ਧਰਨਾ ਲਾਉਂਦੇ ਆ ਵੀ ਜਿਹੜੇ ਸਾਡੇ ਲੀਡਰ ਆ ਜਾਂ ਸਾਡੇ ਵਰਕਰ ਦੇ ਕਿਸੇ ਦੇ ਖਿਲਾਫ ਪਰਚਾ। ਪਹਿਲਾਂ ਮਤਲਬ ਤੁਸੀਂ ਇੱਕ ਬਜ਼ੁਰਗ ਜੋੜੇ ਦਾ ਬਾਈਕਾਟ ਕਰਵਾਉਂਦੇ ਹੋ ਦਬਾਅ ਪਾ ਕੇ ਪੰਚਾਇਤ ਨਾਲ ਰਲ ਕੇ, ਫਿਰ ਤੁਸੀਂ ਉਹਦਾ ਜਾਣੀ ਕਿ ਫਿਰ ਦਬਾਅ ਪਾਉਂਦੇ ਆ ਪ੍ਰਸ਼ਾਸਨ 'ਤੇ ਵੀ ਸਾਡੇ 'ਤੇ ਪਰਚਾ ਵੀ ਦਰਜ ਨਾ ਹੋਵੇ। ਇਹ ਤਾਂ ਮਤਲਬ ਸੀਨਾਜੋਰੀ ਹੋ ਗਈ ਨਾ। ਤਾਂ ਇਹ ਗੱਲ ਗਲਤ ਹੈ। ਔਰ ਕਿੱਥੇ ਮਤਲਬ ਕਿਹੜੀ ਸਦੀ 'ਚੋਂ ਲੰਘ ਰਹੇ ਹਾਂ ਆਪਾਂ, ਤਾਂ ਉੱਥੇ ਤੁਸੀਂ ਇੱਕ ਬਜ਼ੁਰਗ ਜੋੜੇ ਦਾ ਬਾਈਕਾਟ ਕਰਦੇ ਹੋ। ਰੀਜ਼ਨ ਤਾਂ ਇਹ ਹੈ ਨਾ, ਉਹ ਤਾਂ ਠੀਕ ਹੈ, ਬਿਲਕੁਲ ਤੁਸੀਂ ਬਿਲਕੁਲ ਜਸਟੀਫਾਈ ਕਰ ਦਿੱਤੀ ਹੈ ਗੱਲ ਨੂੰ। ਆਪਾਂ ਇੱਕ ਇਹਦੀ ਜਿਹੜੀ ਮੂਲ ਚੀਜ਼ ਹੈ ਉਹਦੇ ਵੱਲ ਤੁਰੀਏ ਕਿ ਉਹ ਮੁੰਡੇ ਨੂੰ ਕੁੜੀ ਨੂੰ ਲੈ ਕੇ ਭੱਜਣ ਦੀ ਕੀ ਲੋੜ ਪੈ ਗਈ ਸੀ? ਇੱਕੋ ਹੀ ਪਿੰਡ 'ਚ ਰਹਿੰਦੇ ਹੋ, ਜੇ ਇੱਕ ਦੂਜੇ ਨਾਲ ਮੁਹੱਬਤ ਕਰਦੇ ਨੇ ਤਾਂ ਦੋਵੇਂ ਟੱਬਰ ਬਹਿ ਕੇ, ਦੋਵੇਂ ਪਰਿਵਾਰ ਬਹਿ ਕੇ ਕੋਈ ਗੱਲ ਕਿਉਂ ਨਹੀਂ ਕਰਦੇ? ਵੱਧ ਤੋਂ ਵੱਧ ਪਿੰਡ ਦੇ ਜਿਹੜੇ ਮੋਹਤਬਰ ਨੇ, ਪੰਚਾਇਤ ਨੇ। ਸੰਜੀਵ ਭਾਈ, ਸਾਡਾ ਸਮਾਜਿਕ ਤਾਣਾ ਬਾਣਾ ਜਿਹੜਾ ਇਹੋ ਜਿਹਾ ਹੈਗਾ ਵੀ ਉਹਦੇ ਵਿੱਚ ਇਹ ਗੱਲਾਂ ਇੰਨੀ ਸਹਿਜਤਾ ਨਾਲ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ। ਤੇ ਹੁਣ ਦੇਖੋ ਕਿੱਡਾ ਵੱਡਾ, ਕਿੱਡਾ ਮਾੜਾ ਰਿਜ਼ਲਟ ਖੜਾ ਹੋ ਗਿਆ। ਔਰ ਦੂਸਰੀ ਗੱਲ ਇਹ ਆ ਵੀ ਹੁਣ ਰੱਬ ਜਾਣਦਾ ਉਹ ਅੰਤਰਜਾਤੀ ਲੋਕ ਹੈਗੇ ਆ ਜਾਂ ਵੀ ਕੋਈ ਇਹ ਅੰਤਰਜਾਤੀ ਵਿਆਹ ਹੋਣਾ ਸੀ ਜਾਂ ਕੌਣ ਆ, ਕੁੜੀ ਕੌਣ ਆ ਜਾਂ ਇਹ ਕੌਣ ਨੇ, ਹੈ ਨਾ। ਤੇ ਇਹ ਜ਼ਿਮੀਂਦਾਰ ਪਰਿਵਾਰ ਹੈ, ਇਹ ਤਾਂ ਖਬਰਾਂ ਦੇ ਵਿੱਚ ਆਇਆ ਹੈਗਾ, ਜਿਹੜਾ ਮੁੰਡੇ ਵਾਲੇ ਆ ਬਜ਼ੁਰਗ ਜੋੜਾ ਸੀਗਾ, ਹੈ ਨਾ। ਤੇ ਦੂਸਰੀ ਗੱਲ ਇਹ ਆ ਵੀ ਆਪਣੇ ਤੁਸੀਂ ਇੱਦਾਂ ਵੀ ਹਰਿਆਣੇ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਖਾਪ ਪੰਚਾਇਤਾਂ ਵਾਲਾ ਸਿਸਟਮ ਹੀ ਤਕਰੀਬਨ ਇੱਥੇ ਲਾਗੂ ਕਰ ਦਿੱਤਾ। ਆਨਰ ਕਿਲਿੰਗ ਵੀ ਪਿੰਡ ਦੇ ਵਿੱਚ ਤੁਸੀਂ ਪਿੰਡ ਦੀ ਕੁੜੀ ਨਾਲ ਵਿਆਹ ਨਹੀਂ ਕਰਵਾ ਸਕਦੇ। ਪੰਜਾਬ 'ਚ ਹੁੰਦੇ ਵੀ ਆਏ ਆ, ਗਾਂਹ ਵੀ ਹੋਣੇ ਆ, ਹੈ ਨਾ। ਤੇ ਉਹ ਪਰ
ਸਾਡਾ ਸਮਾਜਿਕ ਜਿਹੜਾ ਬਣਤਰ ਇਹੋ ਜਿਹੀ ਆ ਵੀ ਉਹਦੇ ਵਿੱਚ ਇਹਨਾਂ ਗੱਲਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਸਹੀ ਗੱਲ ਆ, ਪਰ ਉਹ ਗੁੱਸਾ ਜਿਹੜਾ ਆ ਨਾ ਉਹਦੇ ਬੱਚੇ ਦੇ ਮਾਪਿਆਂ ਤੇ ਕੱਟਣਾ ਉਹ ਗਲਤ ਗੱਲ ਆ। ਹੁਣ ਇੱਕ ਲੌਜਿਕ ਹੈ, ਚਲੋ ਇੱਕ ਪੁਰਾਣੇ ਵਕਤ 'ਚ ਕੁਝ ਹੋਰ ਸੋਚ ਸੀ, ਅੱਜ ਕੱਲ੍ਹ ਕੁਝ ਹੋਰ ਸੋਚ ਹੈ, ਪਰ ਇਹਦੇ ਪਿੱਛੇ ਕੋਈ ਲੌਜਿਕ ਨਹੀਂ ਹੈ। ਇੱਕ ਮੁੰਡਾ ਇੱਕ ਕੁੜੀ ਇੱਕ ਪਿੰਡ 'ਚ ਰਹਿੰਦੇ ਨੇ, ਆਪਸ 'ਚ ਮੁਹੱਬਤ ਹੋ ਗਈ, ਠੀਕ ਹੈ, ਹੁਣ ਉਹ ਵਿਆਹ ਨਹੀਂ ਕਰਾ ਸਕਦੇ ਕਾਰਨ ਉਹ ਇੱਕੋ ਪਿੰਡ 'ਚ ਰਹਿੰਦੇ ਨੇ ਜੀ। ਨਹੀਂ ਤੇ ਕੋਈ ਲੌਜਿਕ ਨਹੀਂ ਹੈ। ਬਿਲਕੁਲ ਕਿਸੇ ਵਕਤ ਹੋ ਸਕਦਾ ਹੈ, ਪਰ ਅੱਜ ਦੀ ਦੁਨੀਆ ਦੇ ਵਿੱਚ ਇਹ ਕੋਈ ਲੌਜਿਕ ਨਹੀਂ ਹੈ। ਜੇ ਇਸ ਗੱਲ ਨੂੰ ਮਿਲ ਕੇ ਸਾਰੇ ਸਮਝਣ, ਸਾਰੇ ਬਜ਼ੁਰਗ ਮਿਲ ਕੇ ਬਹਿੰਦੇ, ਇਹ ਨੌਬਤ ਹੀ ਨਾ ਆਉਂਦੀ, ਇਹ ਨੌਬਤ ਨਾ ਆਉਂਦੀ। ਪੰਚਾਇਤ ਬਹਿੰਦੀ, ਸਰਪੰਚ ਮੈਂ ਕਿ ਪੁੱਤਰ ਗੱਲ ਕੀ ਹੈ, ਧੀਏ ਗੱਲ ਕੀ ਹੈ, ਦੱਸ ਕੇ ਬੈਠੋ, ਸਾਨੂੰ ਦੱਸੋ ਕੀ ਗੱਲ ਹੈ। ਬਿਲਕੁਲ ਜੇ ਦੋਨੋਂ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤੇ ਵਿਆਹ ਕਰਾ ਦਿਓ, ਕੀ ਮੁਸ਼ਕਲ ਕੀ ਹੈ? ਕੋਈ ਮੁਸ਼ਕਲ ਇਹ ਇੰਨਾ ਵੱਡਾ ਝਮੇਲਾ ਖੜਾ ਹੋ ਗਿਆ। ਸੋ ਖੈਰ ਸੋਚ ਬਦਲੇ ਸਮੇਂ ਦੇ ਨਾਲ, ਇਸ ਗੱਲ ਦੀ ਆਸ ਕਰਦੇ ਹਾਂ ਤੇ ਅੱਗੇ ਵਧਦੇ ਹਾਂ ਜੀ। ਭਾਰਤ ਤੇ ਚੀਨ ਦਾ ਕੰਪੀਟੀਸ਼ਨ ਤੇ ਚੱਲਦਾ ਰਹਿੰਦਾ, ਹੁਣ ਆਬਾਦੀ ਨੂੰ ਲੈ ਕੇ ਵੀ ਕੰਪੀਟੀਸ਼ਨ ਹੈ। ਚੀਨ ਹੁਣ ਤੱਕ ਅੱਗੇ ਹੈ ਸਾਡੇ ਕੋਲੋਂ, ਆਬਾਦੀ ਜ਼ਿਆਦਾ ਹੈ, ਹੁਣ ਕਹਿੰਦੇ ਨੇ ਭਾਰਤ ਕੰਪੀਟੀਸ਼ਨ ਜਿੱਤਣ ਵਾਲਾ ਹੈ। ਦੇਖੋ ਸੰਯੁਕਤ ਰਾਸ਼ਟਰ ਦੀ ਰਿਪੋਰਟ ਹੈ ਭਈ ਅਗਲੇ ਵਰੇ ਜਿਹੜੀ ਆ ਆਪਾਂ ਚੀਨ ਦੀ ਆਬਾਦੀ ਨੂੰ, ਦੇਖੋ ਚੀਨ ਨੇ ਮਾਤ ਪਾ ਦੇਵਾਂਗੇ 1 ਅਰਬ 1.25 ਅਰਬ ਆਪਣੀ ਆ, ਉਹਨਾਂ ਦੀ ਜਿਹੜੀ ਆ 1.5 ਆਪਣੀ ਵੀ 1.5 ਤੋਂ ਟੱਪ ਜਾਣੀ ਆ, ਹਨਾ। ਗੱਲ ਇਹ ਆ ਭਈ ਚੀਨ ਜੇ ਕੋਈ ਮਤਲਬ ਕਾਨੂੰਨ ਹੁੰਦਾ ਨਾ ਉਹ ਫਿਰ ਸਖਤੀ ਨਾਲ ਲਾਗੂ ਕਰਦੀ ਆ। ਪਿੱਛੇ ਉਹਨਾਂ ਨੇ ਕੀ ਕੀਤਾ ਸੀਗਾ ਵੀ ਇੱਕੋ ਹੀ ਬੱਚਾ, ਹਨਾ, ਕਿੰਨੇ ਸਾਲ ਹੁਣ ਸਗੋਂ ਉਹਨਾਂ ਨੇ ਆਗਿਆ ਦਿੱਤੀ ਆਪਣੇ ਲੋਕਾਂ ਨੂੰ ਭਈ ਭਾਈ ਕੋਈ ਨਹੀਂ ਹੋਰ ਬੱਚੇ ਪੈਦਾ ਕਰੋ, ਹਨਾ, 1 ਤੋਂ ਵੱਧ ਬੱਚੇ ਪੈਦਾ ਕਰ ਸਕਦੇ ਆ। ਫਿਰ ਕੀ ਸੀਗਾ ਵੀ ਜਿਹੜੇ ਲੋਕ ਵਿਆਹ ਕਰਵਾ ਕੇ ਬੱਚਾ ਨਹੀਂ ਸੀ ਪੈਦਾ ਕਰਦੇ ਉਹਨਾਂ ਨੂੰ ਵੀ ਸਹੂਲਤਾਂ ਦਿੰਦੀ ਸੀ ਸਰਕਾਰ, ਜਿਹੜੇ ਬਿਲਕੁਲ ਵਿਆਹ ਨਹੀਂ ਸੀ ਕਰਵਾਉਂਦੇ ਉਹਨਾਂ ਨੂੰ ਵੀ ਸਹੂਲਤਾਂ ਮਿਲਦੀਆਂ ਸੀ। ਸਾਡੇ ਇੱਥੇ ਜ਼ਬਰਦਸਤੀ ਤਾਂ ਕੀਤੀ ਜਾਂਦੀ ਆ, ਪਰ ਕੋਈ ਲਾ ਜਿਹੜਾ ਆ ਉਹਦੀ ਮਤਲਬ ਜਿਹੜਾ ਮੰਨਣਾ ਖਾਸ ਕਰਕੇ ਆਬਾਦੀ ਵਾਲੇ ਮਸਲੇ ਦੇ ਵਿੱਚ ਉਹ ਲੋਕਾਂ ਤੱਕ ਉਹ ਗੱਲਾਂ ਪਹੁੰਚਾਉਣੀਆਂ ਪਈ, ਇਹ ਸਰਕਾਰਾਂ ਦਾ ਕੰਮ ਆ, ਇਹ ਲੋਕ ਸੰਪਰਕ ਮਹਿਕਮਿਆਂ ਦਾ ਕੰਮ ਹੁੰਦਾ ਲੋਕਾਂ ਨੂੰ ਸਮਝਾਉਣਾ ਵੀ ਭਾਈ ਆਬਾਦੀ ਜਿਹੜੀ ਆ ਕੰਟਰੋਲ ਕਰੋ। ਇਹ ਸਾਡੇ ਜਥੇਦਾਰ ਸਾਹਿਬ ਲੋਕਾਂ ਨੂੰ ਸੰਦੇਸ਼ ਦੇ ਰਹੇ ਆ ਅਕਾਲ ਤਖਤ ਦੇ ਭਈ ਆਪਣੀ ਆਬਾਦੀ ਵਧਾਓ, ਹਨਾ। ਸੋ ਭਈ ਆਪਾਂ ਆਪਣੀ ਆਬਾਦੀ ਵਧਾਓ, ਇਹਦਾ ਮਤਲਬ ਇਹ ਵੀ ਤਾਂ ਨਹੀਂ ਹੋ ਸਕਦਾ ਕਿ ਬੱਚੇ ਪੈਦਾ ਕਰੋ, ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਲੋਕਾਂ ਨੂੰ ਸਿੱਖ ਧਰਮ ਦੇ ਵੱਲ ਲੈ ਕੇ ਆਓ। ਨਹੀਂ, ਉਹਨਾਂ ਦਾ ਸਪਸ਼ਟ ਸੰਕੇਤ ਜਿਹੜਾ ਆ ਬੱਚੇ ਵੱਧ ਪੈਦਾ ਕਰਨ ਵੱਲ ਸੀਗਾ। ਅੱਛਾ ਜੀ। ਤੇ ਉਹ ਮਤਲਬ ਜੇ ਹੁਣ ਇੱਕ ਧਰਮ ਦਾ ਜਿਹੜਾ ਮੁਖੀ ਹੈ, ਠੀਕ ਹੈ, ਅਕਾਲ ਤਖਤ ਦੇ ਹੁਕਮਾਂ ਨੂੰ ਰੱਬੀ ਹੁਕਮ ਮੰਨਿਆ ਜਾਂਦਾ ਸਿੱਖ ਧਰਮ ਦੇ ਵਿੱਚ, ਹਨਾ, ਤੇ ਸਾਡੇ ਜਥੇਦਾਰ ਸਾਹਿਬ ਇਦਾਂ ਦੇ ਹੁਕਮ ਲਾਉਂਦੇ ਆ, ਰੌਲਾ ਰੱਪਾ ਵੀ ਮਾੜਾ ਮੋਟਾ ਪਿਆ, ਆਬਾਦੀ ਵਧਾਓ, ਇਹ ਤਾਂ ਚਲੋ ਆਪਾਂ ਇੱਕ ਗੱਲ ਹਥਿਆਰ ਰੱਖੋ, ਆਬਾਦੀ ਵਧਾਓ, ਡਿਸਕਸ਼ਨ ਦੇ ਤੌਰ ਦੇ ਉੱਤੇ ਇਸ ਗੱਲ ਨੂੰ ਲਈਏ ਜੀ ਕਿ ਇਦਾਂ ਦਾ ਬਿਆਨ ਦਿੰਦੇ ਨੇ ਆਬਾਦੀ ਵਧਾਓ ਜੀ, ਮਤਲਬ ਸਿੱਖ ਆਬਾਦੀ ਵਧਣੀ ਚਾਹੀਦੀ ਹੈ, ਉਹਨਾਂ ਦੀ ਇਹ ਮਨਸ਼ਾ ਹੋ ਸਕਦੀ, ਇਹ ਵਿਚਾਰ ਹੋ ਸਕਦਾ ਹੈ। ਹੁਣ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋ ਕੇ ਬੱਚਾ ਜੇ ਸਿੱਖ ਧਰਮ ਨੂੰ ਨਾ ਅਪਣਾਵੇ ਜੀ, ਇਹ ਵੀ ਤਾਂ ਇੱਕ ਕਾਰਨ ਹੋ ਸਕਦਾ ਹੈ, ਹੁੰਦਾ ਹੈ। ਅਸੀਂ ਦੇਖਦੇ ਹਾਂ ਜੇ ਇਹ ਸਾਰੇ ਹੀ ਦਿਲੋਂ ਮੰਨਣ ਇਸ ਚੀਜ਼ ਨੂੰ ਕਿ ਅਸੀਂ ਸਾਰੇ ਸਿੱਖ ਧਰਮ ਦੇ ਹੀ ਹਾਂ, ਸਿੱਖ ਹੀ ਹਾਂ, ਹੈ ਹੀ ਸਿੱਖ ਪੰਜਾਬ ਦੇ ਵਿੱਚ, ਤਾਂ ਹੋਰ ਤਾਂ ਕੋਈ ਹੈ ਹੀ ਨਹੀਂ, ਅਸੀਂ ਸਾਰੇ ਇਸ ਗੱਲ ਨੂੰ ਮੰਨਦੇ ਹਾਂ। ਸੋ ਇਹ ਇੱਕ ਵਿਚਾਰਧਾਰਾ ਇਹ ਵੀ ਹੋ ਸਕਦੀ ਹੈ ਕਿ ਇਸ ਵਿਚਾਰਧਾਰਾ ਨੂੰ ਲੈ ਕੇ ਚੱਲੋ। ਔਰ ਸਿੱਖ ਕੌਣ ਹੈ? ਜਿਹੜਾ ਬਾਬਾ ਨਾਨਕ ਦੀ ਜਾਂ ਦਸ਼ਮੇਸ਼ ਪਿਤਾ ਦੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆਵਾਂ ਦੇ ਮੁਤਾਬਿਕ ਚੱਲਦਾ। ਸਿੱਖ ਮਤਲਬ ਜਿਹੜਾ ਸਿੱਖਦਾ ਹੈ, ਜਿਹੜਾ ਗਿਆਨ ਲੈਂਦਾ, ਆਪਾਂ ਨੂੰ ਕਿਸੇ ਤਰ੍ਹਾਂ ਵੀ ਲੈ ਸਕਦੇ ਹਾਂ। ਖੈਰ ਆਬਾਦੀ ਵੱਧ ਰਹੀ ਹੈ ਔਰ ਕਈ ਵਾਰ ਲੱਗਦਾ ਕਿ ਪੁਰਾਣੇ ਲੋਕਾਂ ਦੇ ਵੇਲੇ ਸਗੋਂ ਜ਼ਿਆਦਾ ਵਧੀ ਹੈ, ਜਦੋਂ 6-6 7-7 ਬੱਚੇ ਹੁੰਦੇ ਸੀ, ਉਹਨਾਂ ਲੋਕਾਂ ਦੇ ਕਰਕੇ ਹੁਣ ਸਗੋਂ 1 ਜਾਂ 2 ਹੁੰਦੇ ਨੇ। ਦੂਸਰਾ ਇਹ ਆ ਭਈ ਉਹ ਛੋਟਾ ਪਰਿਵਾਰ ਸੁਖੀ ਪਰਿਵਾਰ, ਉਹ ਕਹਾਵਤ ਕਿਸੇ ਹੱਦ ਤੱਕ ਮੈਂ ਠੀਕ ਸਮਝਦਾ। ਬਿਲਕੁਲ ਜੀ। ਇੱਕ ਵਾਰੀ ਕੀ ਹੋਇਆ ਕਿ ਇੱਕ ਟਰੱਕ ਦੇ ਪਿੱਛੇ ਲਿਖਿਆ ਹੋਇਆ ਸੀ ਹਮ ਦੋ ਹਮਾਰੇ ਦੋ, ਤੇ ਉੱਤੇ ਲਿਖਿਆ ਹੋਇਆ ਸ਼ਿੰਕੀ, ਟਿੰਕੀ, ਪਿੰਕੀ, ਬਿੰਟੀ, ਟੀਟੂ, ਬੀਟੂ, ਨਿੱਕੀ ਦੀ ਗੱਡੀ, 7 ਬੱਚਿਆਂ ਦੇ ਨਾਂ ਲਿਖੇ ਹੋਏ ਜੀ। ਨਾਰਾ ਜ਼ਰੂਰ ਲਿਖਿਆ ਹੋਇਆ ਸੀ 2 ਬੱਚੇ ਹੋਣੇ ਚਾਹੀਦੇ ਨੇ। ਖੈਰ ਹੁਣ ਚਲਦੇ ਆਪਾਂ ਇੱਕ ਚੀਜ਼ ਨੋਟ ਕਰੀਏ ਜੀ, ਯੂਕਰੇਨ ਦਾ ਤੇ ਰਸ਼ੀਆ ਦਾ ਯੁੱਧ ਲੱਗਾ ਹੋਇਆ ਤੇ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਸਾਹਿਬ ਨੇ, ਉਹਨਾਂ ਨੇ ਇੱਕ ਨਵੇਂ ਦਸਤਖਤ ਕੀਤੇ ਨੇ, ਨਵਾਂ ਡਾਕੂਮੈਂਟ ਜਾਰੀ ਕੀਤਾ ਹੈ ਕਿ ਯੂਕਰੇਨ ਦੇ ਸਾਰੇ ਲੋਕਾਂ ਨੂੰ ਰੂਸ ਦੀ ਨਾਗਰਿਕਤਾ ਦੇਣ ਨੂੰ ਅਸੀਂ ਤਿਆਰ ਹਾਂ। ਉਹ ਇੱਕ ਹੀ ਗਾਰਡ ਹੋਇਆ, ਇਹ ਤਾਂ ਇੱਕ ਪੱਤਾ ਖੇਡਿਆ ਉਹਨਾਂ ਨੇ ਲੋਕਾਂ ਨੂੰ ਆਪਣੇ ਵੱਲ ਕਰਨ ਲਈ। ਪਰ ਮੈਨੂੰ ਲੱਗਦਾ ਵੀ ਜਿਹੜੇ ਇਹ ਤਾਂ ਦੂਸਰੇ ਦੇਸ਼ ਦੀ ਪ੍ਰਭੂ ਸੱਤਾ ਨੂੰ ਇੱਕ ਤਰ੍ਹਾਂ ਦੀ ਸੰਨ ਲਾਉਣ ਦੀ ਹਮਲਾ ਤਾਂ ਉਹਨਾਂ ਨੇ ਕੀਤਾ ਹੀ ਆ, ਇਹ ਦੂਸਰੀ ਤਰ੍ਹਾਂ ਦੀ ਸੰਨ ਹੈਗੀ ਆ, ਕਿਉਂਕਿ ਤੇ ਉੱਥੋਂ ਦੀ ਸੋਵਰੇਨਿਟੀ ਨੂੰ, ਹਨਾ। ਹਾਂ, ਕਿਉਂਕਿ ਉਹ ਬੇਸ ਇਹ ਦਿੰਦੇ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਰਸ਼ੀਆ ਦਾ ਹੀ ਹਿੱਸਾ ਸੀ ਨਾ ਯੂਕਰੇਨ, ਪਰ ਉਹ ਲੋਕ ਆਪਣੇ ਮੁਲਕ ਨੂੰ ਪਿਆਰ ਕਰਦੇ ਆ ਯੂਕਰੇਨ ਵਾਲੇ,
ਔਰ ਆਪਣੇ ਮੁਲਕ ਲਈ ਉਹ ਖੜੇ ਆ। ਜਿਹੜਾ ਰਸ਼ੀਅਨ ਇਨਵੇਜ਼ਨ ਆ ਉਹਦਾ ਉਹਨਾਂ ਨੇ ਵਿਰੋਧ ਕੀਤਾ, ਅੱਜ ਵੀ ਕਰ ਰਹੇ ਆ। ਬਿਲਕੁਲ ਜੀ। ਸੋ ਇਹ ਤਾਂ ਇੱਕ ਰੂਸ ਦਾ ਪੱਤਾ ਆ। ਰੂਸ ਦਾ ਪੱਤਾ ਜੀ। ਚਲੋ ਖੈਰ, ਅਸੀਂ ਇਹੀ ਸੋਚਦੇ ਹਾਂ ਕਿ ਯੁੱਧ ਜਿੰਨੀ ਜਲਦੀ ਹੋਵੇ ਖਤਮ ਹੋਵੇ, ਇਨਸਾਨੀ ਜਾਨਾਂ ਬਚ ਸਕਣ। ਬਿਲਕੁਲ ਬਿਲਕੁਲ ਜੀ। ਚੱਲਿਆ ਜਾਵੇ ਹੁਣ। ਬਿਲਕੁਲ, ਹੁਣ ਸਮਾਂ ਹੋਰ ਆਗਿਆ ਨਹੀਂ ਦਿੰਦਾ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਤੁਸੀਂ ਸਾਨੂੰ ਆਪਣੇ ਵਿਚਾਰ ਇਨਬਾਕਸ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹਮੇਸ਼ਾ ਸਾਡਾ ਚੈਨਲ ਵੇਖਦੇ ਰਹੋ, ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।